ਕਾਲਜ ਦੇ ਵਿੱਚ ਆ ਕੇ ਇਹਨਾਂ ਬੱਚਿਆਂ ਦੇ ਨਾਲ ਬੈਠ ਕੇ ਪੜ੍ਹਨਾ ਕਿਵੇਂ ਲੱਗਦਾ ਹੈ? ਤੁਹਾਡੇ ਬੱਚਿਆਂ ਤੇ ਮੈਨੂੰ ਲੱਗਦਾ ਉਹਨਾਂ ਤੋਂ ਵੀ ਛੁੱਟੀ ਹੋਣਗੀ। ਬਹੁਤ ਚੰਗਾ ਲੱਗਦਾ ਜੀ, ਸਾਰੇ ਕੋਆਪਰੇਟਿਵ ਬਹੁਤ ਹੈਗੇ ਆ। ਜਿੱਦਾਂ ਮੈਂ ਫਿਜ਼ੀਕਲੀ ਸਮ ਟਾਈਮ ਮੈਨੂੰ ਪ੍ਰੋਬਲਮ ਆਉਂਦੀ ਆ ਤੇ ਫਿਰ ਮੈਨੂੰ ਨੋਟਸ 'ਚ ਮਦਦ ਕਰਦੀਆਂ ਕੁੜੀਆਂ। ਨਾਲ ਪੜ੍ਹਦੇ ਹੋ, ਕਿਵੇਂ ਦਾ ਲੱਗਦਾ? ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਸੋਚਦੇ ਹੋ ਕਿਉਂ ਇਹਨਾਂ ਦੇ ਬਾਰੇ? ਸਭ ਤੋਂ ਪਹਿਲਾਂ ਤਾਂ ਇਹ ਸੋਚਦਾ ਕਿ ਕਿੰਨਾ ਹੌਸਲਾ ਹੋਊਗਾ ਕਿ ਇੰਨੀ ਵੱਡੀ ਏਜ ਦੇ ਸਾਡੇ ਨਾਲ ਆ ਕੇ ਬੈਠੇ ਆ। ਤੇ ਜਦੋਂ ਮੈਂ ਜੂਮ 'ਤੇ ਉਹਨਾਂ ਨੂੰ ਆਪਣੇ ਨਾਲ ਜੁਆਇਨ ਕੀਤਾ ਤਾਂ ਫਸਟ ਟਾਈਮ ਉਹਨਾਂ ਨੂੰ ਮੈਂ ਦੇਖਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ। ਤੇ ਮੈਂ ਉਸ ਟਾਈਮ ਤਾਂ ਇਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਐਸ ਲੋਕ, ਕਿਉਂਕਿ ਮੇਰਾ ਲੈਕਚਰ ਲੱਗਾ ਸੀ ਤਾਂ ਟਾਈਮ ਦੀ ਸ਼ਾਰਟ ਕਰਕੇ ਫਿਰ ਮੈਂ ਪੜ੍ਹਾਉਣਾ ਹੀ ਸ਼ੁਰੂ ਕੀਤਾ। ਜਸਟ ਸਾਨੂੰ ਇਹ ਗੱਲ ਦੀ ਬੜੀ ਖੁਸ਼ੀ ਹੋਈ। ਬਾਬਾ ਜੀ ਨਾਲ ਵੀ ਜਦੋਂ ਇਸ ਗੱਲ ਬਾਰੇ ਦੱਸਿਆ ਗਿਆ ਤੇ ਉਹਨਾਂ ਨੇ ਵੀ ਬਹੁਤ ਖੁਸ਼ੀ ਜ਼ਾਹਿਰ ਕੀਤੀ। ਕੋਈ ਸਮਝਣ ਦੇ ਵਿੱਚ ਜਾਂ ਪੜ੍ਹਨ ਦੇ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ? ਇਹਨਾਂ ਦੇ ਬਰਾਬਰ ਪੜ੍ਹ ਜਾਂਦੇ ਸਾਰਾ। ਸਟੈਮਿਨਾ ਮੇਰਾ ਘੱਟ ਹੈਗਾ ਇਹਨਾਂ ਨਾਲੋਂ, ਕਿਉਂਕਿ ਆਈ ਸਾਈਟ ਦਾ ਵੀ ਇੱਕ ਏਜ 'ਚ ਹੋ ਜਾਂਦਾ ਥੋੜ੍ਹਾ ਨਾ ਜ਼ਿਆਦਾ, ਅਤੇ ਬੰਦਾ ਥੱਕ ਵੀ ਜਾਂਦਾ। ਹੁਣ ਨਵਾਂ 57 ਈਅਰ ਓਲਡ, ਅਤੇ ਥੋੜ੍ਹਾ ਜਿਹਾ ਫਰਕ ਤਾਂ ਹੈਗਾ ਆ, ਪਰ ਉਨੀ ਜ਼ਿਆਦਾ ਮਿਹਨਤ ਕਰ ਲੈਂਦਾ ਬੰਦਾ। ਦੋਸਤੀ ਕਿਵੇਂ ਬਣੀ ਇਹਨਾਂ ਦੇ ਨਾਲ? ਕਿਵੇਂ ਇੱਕ ਬੌਂਡ ਕਿਵੇਂ ਬਣਿਆ ਆਪਸ ਵਿੱਚ? ਕੁਛ ਨਹੀਂ, ਬੌਂਡ ਆਪੇ ਹੀ ਜਾ ਕੇ ਬੁਲਾਇਆ ਫਿਰ, ਕਿਉਂਕਿ ਫਰੈਂਡ ਸਾਰੇ ਨਿਊ ਸੀ, ਕਿਸੇ ਨੂੰ ਜਾਣਦੇ ਨਹੀਂ ਸੀ, ਤਾਂ ਫਿਰ ਸਭ ਨੂੰ ਆ ਕੇ ਬੁਲਾਇਆ, ਤਾਂ ਫਿਰ ਇਹਨਾਂ ਨਾਲ ਵੀ ਗੱਲਬਾਤ ਕੀਤੀ, ਫਿਰ ਹੌਲੀ ਹੌਲੀ ਫਰੈਂਡਸ। ਫਿਰ ਮੈਨੂੰ ਉਹਨਾਂ ਨਾਲ ਗੱਲ ਕਰਕੇ ਇਹ ਲੱਗਾ ਕਿ ਹਾਂ ਕਿ ਇਹ ਕੋਈ ਇੱਕਦਮ ਸਟੱਡੀ 'ਚ ਨਹੀਂ ਆਏ ਹੈਗੇ, ਕਿ ਹਾਂ ਕੋਈ ਹਸਤੀ ਹੈ, ਮਤਲਬ ਕਿ ਕੋਈ ਰੀਜ਼ਨ ਹੋਣਾ ਜ਼ਰੂਰੀ। ਬਾਬਾ, ਜਦੋਂ ਜੇ ਤੂੰ ਮੈਨੂੰ ਜ਼ਿੰਦਗੀ ਬਖਸ਼ੇ ਤੇ ਮੈਂ ਤੇਰੇ ਸ਼ੁਕਰਾਨੇ ਵਜੋਂ ਇੱਕ ਤਾਂ ਜਿੱਦਾਂ ਹੁਣ ਅਸੀਂ ਸਿੱਖੀਜ਼ਮ ਮੰਨਦੇ ਆ, ਅਖੰਡ ਪਾਠ ਸਾਹਿਬ ਦਾ ਮੈਂ ਕਿਹਾ ਸ਼ੁਕਰਾਨੇ ਵਜੋਂ ਪਾਠ ਰਖਾਵਾਂ, ਤੇ ਬਾਕੀ ਬਾਬਾ ਵੀ ਮੇਰੇ ਕੋਲ ਚੰਗੇ ਚੰਗੇ ਕੰਮ ਕਰਾਈ। ਮਨਸ਼ਾ ਰਾਜ ਕੋਈ ਇਨਸੀਡੈਂਟ ਹੋ ਗਿਆ ਸੀ ਮੇਰੇ ਨਾਲ ਤਾਂ ਨਹੀਂ ਹੋਇਆ। ਮੈਂ ਉਹਦੀ ਕਹਿ ਲਓ ਬਈ ਅੱਖੀਂ ਡਿੱਠਾ ਸੀਗਾ ਮੇਰਾ। ਇੱਕ ਬਜ਼ੁਰਗ ਬੰਦਾ ਗਿਆ ਚੈਂਬਰ 'ਚ, ਜੋ ਬੰਦੇ ਉਹਨੇ ਬਜ਼ੁਰਗ ਨੇ ਕੁਝ ਪੁੱਛਿਆ, ਜੋ ਪੁੱਛਿਆ ਉਹ ਨਹੀਂ ਮੈਨੂੰ ਸੁਣਿਆ, ਪਰ ਜਿਹੜਾ ਕਹਿ ਲਓ ਮੁਨਸ਼ੀ ਸੀ, ਐਡਵੋਕੇਟ ਨਹੀਂ ਸੀ, ਉਹ ਅਸਿਸਟੈਂਟ ਸੀ ਸ਼ਾਇਦ ਜਾਂ ਮੁਨਸ਼ੀ ਸੀ, ਉਹਦੀ ਮੈਨੂੰ ਆਵਾਜ਼ ਸੁਣੀ ਉੱਚੀ। ਉਹ ਕਹਿੰਦਾ ਬਾਬਾ ਬਹਿ ਜਾ ਉੱਥੇ ਬਾਹਰ ਜਾ ਕੇ, ਤੇਰੀ ਵਾਰੀ ਜਦੋਂ ਆਊਗੀ ਆਵਾਜ਼ ਮਾਰ ਲਾਂਗੇ। ਉਹ ਇੰਨਾ ਉਹਨੂੰ ਹੋਰ ਤਰ੍ਹਾਂ ਕਿਹਾ ਉਹਨੂੰ ਵੀ ਉਹ ਬਜ਼ੁਰਗ ਵਿਚਾਰਾ ਸਿਆਣਾ ਸੀਗਾ, ਘਰੋਂ ਵੀ ਸ਼ਾਇਦ ਕਿੱਦਾਂ ਆਇਆ ਸੀਗਾ। ਗਿਆਨ ਨੂੰ ਹਾਸਲ ਕਰਨ ਦੇ ਲਈ ਕੋਈ ਵੀ ਉਮਰ ਦੀ ਜਿਹੜੀ ਹੈ ਉਹ ਲਿਮਟ ਨਹੀਂ ਹੁੰਦੀ, ਔਰ ਇਹ ਮਨਜੀਤ ਕੌਰ ਨੇ ਸਾਬਿਤ ਕਰ ਦਿੱਤਾ ਇਸ ਉਮਰ ਦੇ ਵਿੱਚ ਐਡਮਿਸ਼ਨ ਲੈ ਕੇ। ਔਰ ਲੜਕੀ ਜਿਹੜੀ ਹੈ, ਮੈਨੂੰ ਲੱਗਦਾ ਇਹਨੂੰ ਕਮਜ਼ੋਰ ਸਮਝਣਾ ਜਿਹੜਾ ਇੱਕ ਬਹੁਤ ਵੱਡੀ ਗਲਤੀ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਵੀ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੈ, ਅੱਗੇ ਵਧਣਾ ਹੈ, ਤਾਂ ਤੁਹਾਨੂੰ ਨਾ ਤਾਂ ਉਮਰ ਦੀਆਂ ਜੰਜੀਰਾਂ ਜਕੜ ਸਕਦੀਆਂ ਨੇ ਤੇ ਨਾ ਹੀ ਕੋਈ ਬਿਮਾਰੀ ਜਾਂ ਹੋਰ ਸਮੱਸਿਆ ਤੁਹਾਡਾ ਰਾਹ ਰੋਕ ਸਕਦੀ ਹੈ। ਅੱਜ ਅਜਿਹੀ ਇੱਕ ਕਹਾਣੀ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਚੱਬੇਵਾਲ ਦੇ ਪਿੰਡ ਬੋਣ ਦੇ ਮਨਜੀਤ ਕੌਰ ਜੀ ਦੀ, ਜਿਨ੍ਹਾਂ ਦੀ ਉਮਰ 57 ਸਾਲ ਹੈ। ਵੱਡੀ ਗੱਲ ਹੈ ਕਿ ਉਹ ਕੈਂਸਰ ਦੇ ਨਾਲ ਵੀ ਜੂਝੇ ਨੇ, ਪਰ ਅੱਜ ਹੌਸਲੇ ਤੇ ਜੋਸ਼ ਦੇ ਨਾਲ, ਜਜ਼ਬੇ ਦੇ ਨਾਲ BA ਦੀ ਪੜ੍ਹਾਈ ਕਰ ਰਹੇ ਨੇ। ਕਿਉਂ ਅਜਿਹਾ ਕਰ ਰਹੇ ਨੇ, ਕਿਉਂ ਇੰਨੀ ਉਮਰ ਦੇ ਵਿੱਚ ਆ ਕੇ ਫੈਸਲਾ ਲਿਆ, ਸਾਰਾ ਜਾਣਦੇ ਹਾਂ, ਗੱਲਬਾਤ ਕਰਦੇ ਹਾਂ ਮਨਜੀਤ ਕੌਰ ਜੀ ਦੇ ਨਾਲ। ਸਵਾਗਤ ਹੈ ਹਮਦਰਦ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਮਨਜੀਤ ਕੌਰ ਜੀ, ਜਿਵੇਂ ਮੈਂ ਕਿਹਾ, ਬਿਮਾਰੀ ਦੇ ਨਾਲ ਵੀ, ਕੈਂਸਰ ਦੇ ਨਾਲ ਵੀ ਜੂਝੇ, ਪਰ 57 ਸਾਲ ਦੀ ਉਮਰ ਦੇ ਵਿੱਚ BA ਦੀ ਪੜ੍ਹਾਈ ਕਰ ਰਹੇ ਹੋ। ਮੈਂ ਜਾਣਨਾ ਚਾਹੂੰਗਾ ਇਹਦੇ ਪਿੱਛੇ ਰਾਜ ਕੀ ਹੈ ਔਰ ਮਨਸ਼ਾ ਕੀ ਹੈ? ਮਨਸ਼ਾ ਰਾਜ ਕੋਈ ਇਨਸੀਡੈਂਟ ਹੋ ਗਿਆ ਸੀ ਮੇਰੇ ਨਾਲ ਤਾਂ ਨਹੀਂ ਹੋਇਆ। ਮੈਂ ਉਹਦੀ ਕਹਿ ਲਓ ਬਈ ਅੱਖੀਂ ਡਿੱਠਾ ਸੀਗਾ ਮੇਰਾ। ਮੈਂ ਜਿੱਦਾਂ ਕੋਰਟ ਕਚਹਿਰੀਆਂ ਮੈਨੂੰ ਜਾਣਾ ਪੈਂਦਾ ਹੈ, ਜੇ ਲੰਬੜਦਾਰ ਆਇਡੈਂਟੀਫਾਈ ਕਰਨਾ ਜਾਂ ਕੁਛ, ਉੱਥੇ ਬਸ ਕੁਛ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਗਿਆ ਕਿਸੇ ਬਜ਼ੁਰਗ ਨਾਲ, ਅਤੇ ਉਸ ਵੇਲੇ ਫਿਰ ਮੈਂ ਇਹ ਡਿਸੀਜਨ ਲਿਆ ਵੀ ਮੈਂ ਕਿਉਂ ਨਾ ਲਾਅ ਕਰ ਲਵਾਂ, ਵੀ ਚਲੋ ਘੱਟੋ ਘੱਟ ਬੰਦਾ ਇੱਦਾਂ ਜਿਹੜੇ ਮੇਰੇ ਵਰਗੇ ਬੰਦੇ, ਚਲੋ ਉਹਨਾਂ ਦੀ ਕੋਈ ਮਦਦ ਕਰ ਸਕਦਾ ਹੈ ਨਾ, ਇੱਕ ਸਲਾਹ ਹੀ ਦੇ ਸਕਦਾ ਜਾਂ ਕੁਛ ਨਾ। ਅਤੇ ਉਦੋਂ ਬਸ ਇਸੇ ਗੱਲ ਤੋਂ ਬਾਅਦ ਮੈਂ ਆਪਣੇ +2 ਸ਼ੁਰੂ ਕਰ ਦਿੱਤੀ। ਕਿਸੇ ਤੋਂ ਪੁੱਛਿਆ ਉੱਥੇ, ਮੈਂ ਕਿਹਾ ਵੀ ਐਡਵੋਕੇਟ ਬਣਨ ਲਈ ਕੀ ਕਰਨਾ ਪੈਂਦਾ, ਅਤੇ ਉਹ ਤੁਹਾਨੂੰ ਪਤਾ ਕਚਹਿਰੀਆਂ 'ਚ ਸਪੀਡ ਉਨੀ ਕੀ ਹੁੰਦੀ ਬੰਦੇ ਦੀ। ਅਤੇ ਉਹ ਮੁੰਡੇ ਨੇ ਕੱਪੜੇ ਪਾਏ ਹੋਏ ਸੀਗੇ, ਮੈਂ ਪਛਾਣ ਗਈ ਵੀ ਇਹ ਐਡਵੋਕੇਟ ਹੈ।
ਉਹ ਕਹਿੰਦਾ ਵੀ ਜੇ ਤਾਂ +2 ਕੀਤੀ ਹੋਆ ਤਾਂ 5 ਸਾਲ, ਜੇ BA ਕੀਤੀ ਹੋ ਫਿਰ 3 ਸਾਲ। ਤੇ ਮੈਂ ਉਸੇ ਵੇਲੇ ਕਿਹਾ, ਮੈਂ ਕਿਹਾ +2 ਤਾਂ ਮੈਂ ਹੁਣ ਕਰੇ ਹੀ ਲੈਣੀ ਆ। ਤੇ ਬਸ ਉਸ ਤੋਂ ਬਾਅਦ ਫਿਰ ਮੈਂ +2 ਦੀਆਂ ਕਿਤਾਬਾਂ ਲੈ ਲਈਆਂ ਤੇ +2 ਕਰ ਲਈ। ਹੁਣ BA 1 ਦੀ ਸਟੂਡੈਂਟ ਆ ਇਸ ਵੇਲੇ। ਅੱਛਾ, ਉਹ ਮੈਂ ਇੰਸੀਡੈਂਟ ਜਾਣਨਾ ਚਾਹੂੰਗਾ ਜਿਹਨੇ ਤੁਹਾਡੀ ਸੋਚ ਦੇ ਵਿੱਚ ਇੱਕਦਮ ਤਬਦੀਲੀ ਵੀ ਮੈਂ ਕਹਿ ਸਕਦਾ ਹਾਂ ਵੀ ਇੰਨਾ ਜੋਸ਼ ਭਰ ਦਿੱਤਾ, ਜਾਂ ਇੱਕ ਸੋਚ ਨੂੰ ਇਸ ਲੀਹ ਦੇ ਉੱਤੇ ਚਾੜ ਦਿੱਤਾ ਵੀ ਮੈਂ ਵਕੀਲ ਬਣਨਾ ਹੀ ਬਣਨਾ ਹੈ। ਮੈਂ ਉਹ ਇੰਸੀਡੈਂਟ ਤੁਹਾਡੇ ਤੋਂ ਜਾਣਨਾ ਚਾਹੂੰਗਾ। ਉਹ ਇਸ ਤਰ੍ਹਾਂ ਸੀਗਾ, ਮੈਂ ਇੱਦਾਂ ਹੀ ਗਈ ਹੋ ਸੀਗੀ ਕਚਹਿਰੀਆਂ 'ਚ, ਤਾਂ ਹੁਣ ਚਲੋ ਲੰਬੜਦਾਰ ਨੂੰ ਤਾਂ ਮਾੜੀ ਮੋਟੀ ਜਗ੍ਹਾ ਮਿਲ ਹੀ ਜਾਂਦੀ ਬੈਠਣ ਨੂੰ। ਮੈਂ ਇੱਕ ਮਿੰਟ ਰੋਕਣਾ ਚਾਹੂੰਗਾ, ਦਰਸ਼ਕਾਂ ਨੂੰ ਵੀ ਦੱਸ ਦੇਣਾ ਵੀ ਲੰਬੜਦਾਰ ਵੀ ਨੇ, ਪਿੰਡ ਦੇ ਨੰਬਰਦਾਰ ਵੀ ਆਪਾਂ ਕਹਿੰਦੇ ਆ, ਨੰਬਰਦਾਰੀ ਵੀ ਕਰਦੇ ਨੇ ਪਿੰਡ ਦੇ ਵਿੱਚ, ਤਾਂ ਤਹਿਸੀਲਾਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਆਮ ਲੋਕਾਂ ਦੇ ਨਾਲ ਆਉਣਾ ਜਾਣਾ ਰਹਿੰਦਾ ਹੈ। ਤਾਂ ਮੈਂ ਗੱਲਬਾਤ ਜਾਰੀ ਕਰ। ਮੈਂ ਇਸ ਤਰ੍ਹਾਂ ਹੀ ਬੈਠੀ ਸੀਗੀ, ਮੇਰੇ ਥੋੜ੍ਹੀ ਦੂਰ ਇੱਕ ਬਜ਼ੁਰਗ ਬੰਦਾ ਗਿਆ ਚੈਂਬਰ 'ਚ। ਜੋ ਬੰਦੇ ਉਹਨੇ ਬਜ਼ੁਰਗ ਨੇ ਕੁਝ ਪੁੱਛਿਆ, ਜੋ ਪੁੱਛਿਆ ਉਹ ਨਹੀਂ ਮੈਨੂੰ ਸੁਣਿਆ, ਪਰ ਜਿਹੜਾ ਕਹਿ ਲਓ ਮੁਨਸ਼ੀ ਸੀ, ਐਡਵੋਕੇਟ ਨਹੀਂ ਸੀ, ਉਹ ਅਸਿਸਟੈਂਟ ਸੀ ਸ਼ਾਇਦ ਜਾਂ ਮੁਨਸ਼ੀ ਸੀ, ਉਹਦੀ ਮੈਨੂੰ ਆਵਾਜ਼ ਸੁਣੀ ਉੱਚੀ। ਉਹ ਕਹਿੰਦਾ ਬਾਬਾ ਬਹਿ ਜਾ ਉੱਥੇ ਬਾਹਰ ਜਾ ਕੇ, ਤੇਰੀ ਬਾਰੀ ਜਦੋਂ ਆਊਗੀ ਆਵਾਜ਼ ਮਾਰ ਲਾਂਗੇ। ਉਹ ਇੰਨਾ ਉਹਨੂੰ ਹੋਰ ਤਰ੍ਹਾਂ ਕਿਹਾ ਉਹਨੂੰ ਵੀ ਉਹ ਬਜ਼ੁਰਗ ਵਿਚਾਰਾ ਸਿਆਣਾ ਸੀਗਾ, ਘਰੋਂ ਵੀ ਸ਼ਾਇਦ ਕਿੱਦਾਂ ਆਇਆ ਸੀਗਾ, ਤੇ ਉਹ ਪਿੱਛੇ ਜਿਹਾ ਝੇਂਪ ਜਿੱਦਾਂ ਜਾਂਦਾ ਬੰਦਾ ਜਾਂ ਪਿੱਛੇ ਚਲੇ ਗਿਆ। ਫਿਰ ਮੈਂ ਦੇਖਿਆ, ਮੈਂ ਉੱਠ ਕੇ ਉਹਦੇ ਕੋਲ ਗਈ, ਬੁਲਾਇਆ, ਮੈਂ ਕਿੱਦਾਂ ਬਾਬਾ ਜੀ ਸਭ ਠੀਕ ਠਾਕ। ਮੈਂ ਨਹੀਂ ਦੱਸਿਆ ਕੀ ਗੱਲ ਹੈ, ਪਰ ਉਹਦੀ ਹਾਲਤ ਤੋਂ ਲੱਗਦਾ ਸੀਗਾ। ਮੈਂ ਕਿਹਾ ਚਲੋ ਚਾਹ ਪੀਂਦੇ ਹਾਂ। ਆਮ ਤੌਰ 'ਤੇ ਮੈਂ ਬਾਹਰਲਾ ਨਹੀਂ ਖਾਂਦੀ। ਉਦਣ ਮੈਂ ਉੱਥੇ ਬਰੈਡ ਪਕੌੜੇ ਹੀ ਸੀ, ਇੱਦਾਂ ਚੀਜ਼ ਮਿਲਦੀ ਆ, 2 ਮੈਂ ਉਹਦੇ ਲਈ ਔਡਰ ਕੀਤੇ, 1 ਮੈਂ ਆਪੂ ਖਾ ਲਿਆ। ਅਤੇ ਮੈਂ ਇੱਦਾਂ ਕੰਫਰਟੇਬਲ ਕੋਸ਼ਿਸ਼ ਕੀਤੀ ਵੀ ਕੰਫਰਟੇਬਲ ਕਰਾਂ ਇਹਨੂੰ। ਮੈਂ ਕਿਹਾ ਕੋਈ ਨਹੀਂ, ਇੱਦਾਂ ਹੀ ਹੁੰਦੀ ਆ। ਮੇਰੇ ਫਾਦਰ ਸਾਹਿਬ ਵੀ ਆਉਂਦੇ ਹੁੰਦੇ ਸੀ ਕਚਹਿਰੀਆਂ 'ਚ, ਇੱਦਾਂ ਹੀ ਕਰਦੇ ਹੁੰਦੇ ਜੇ ਉਹ ਕਰਕੇ। ਫਿਰ ਮੈਂ ਉੱਥੋਂ ਅੱਗੇ ਹੋਈ ਵੀ ਮੈਂ ਹੁਣ ਆਪਣੇ ਕੰਮ ਲਈ ਜਾਵਾਂ, ਅਤੇ ਅਸੀਂ ਨੋਰਮਲ ਮੈਂ ਮਤਲਬ ਮੈਨੂੰ ਉਸ ਵੇਲੇ ਉਹ ਠੀਕ ਸੀਗੇ। ਫਿਰ ਬਾਅਦ 'ਚ ਪਰ ਮੈਂ ਉਸ ਵੇਲੇ ਸੋਚ ਲਿਆ, ਮੈਂ ਕਿਹਾ ਵੀ ਮੈਂ ਲਾਅ ਕਿਉਂ ਨਾ ਕਰ ਲਵਾਂ, ਬਈ ਇਹ ਘੱਟੋ ਘੱਟ ਮੈਂ ਮੇਰੇ ਵਰਗੇ ਬੰਦੇ ਜਿਹੜੇ ਆ ਉਹਨਾਂ ਦੀ ਮੈਂ ਮਦਦ ਕਰ ਸਕਾਂ, ਕੁਛ ਨਾ ਕੁਛ ਮਾੜੀ ਮੋਟੀ। ਜਿਵੇਂ ਫਿਰ ਸ਼ੁਰੂ ਕੀਤੀ ਦੁਬਾਰਾ, ਕਈ ਸਾਲ ਹੋ ਗਏ ਹੋਊਗੇ ਪ੍ਰੈਪ ਕੀਤੀ ਨੂੰ, ਜਦੋਂ ਤੁਹਾਡੇ ਸਮੇਂ ਦੇ ਵਿੱਚ ਪ੍ਰੈਪ ਕਹਿੰਦੇ ਹੋਣਗੇ ਹੈ ਨਾ, 10ਵੀਂ ਜੋ ਵੀ ਸੀਗਾ, ਤਾਂ ਫਿਰ ਜਦੋਂ ਮਨ ਦੇ ਵਿੱਚ ਠਾਣ ਲਿਆ ਵੀ ਲਾਅ ਕਰਨੀ ਹੈ, ਵਕੀਲ ਤੋਂ ਜਾਣਕਾਰੀ ਵੀ ਲੈ ਲਈ ਵੀ ਪੜ੍ਹਾਈ ਸ਼ੁਰੂ ਕਿਵੇਂ ਕਰਾਂ ਹੁਣ, ਫਿਰ ਇਹ ਡਿਸੀਜ਼ਨ ਫੈਮਿਲੀ ਦੇ ਨਾਲ ਜਿਹੜੇ ਤੁਹਾਡੇ ਨਾਲ ਜੁੜੇ ਸੀ ਉਹਨਾਂ ਦੇ ਨਾਲ ਕਿਵੇਂ ਸਾਂਝਾ ਕੀਤਾ, ਮਨ ਨੂੰ ਕਿਵੇਂ ਬਣਾਇਆ ਵੀ ਜਦੋਂ ਮੈਂ ਕਾਲਜ ਜਾਊਂਗੀ ਜਾਂ ਸਕੂਲ ਜਾਊਂਗੀ ਜਾਂ ਉਹਨਾਂ ਬੱਚਿਆਂ ਦੇ ਨਾਲ ਪੇਪਰ ਦਊਂਗੀ, ਮੇਰੇ ਬਾਰੇ ਕੀ ਸੋਚਣਗੇ? ਮੈਂ ਫਿਰ ਉੱਥੋਂ ਸਿੱਧੀ ਮੇਰੀ ਭੈਣ ਆ ਇੰਦਰਜੀਤ ਨੰਦਨ, ਉੱਥੇ ਆਈ। ਮੈਂ ਕਿਹਾ ਇੰਦਰ ਜੀ ਮੈਂ ਪੜ੍ਹਨਾ ਆ। ਫਿਰ ਮੈਨੂੰ ਕਹਾਣੀ ਦੱਸਦੀ ਵੀ ਇੱਦਾਂ ਹੋਈ ਆ। ਕਹਿੰਦੀ ਭੈਣੇ ਇਹ ਤਾਂ ਬਹੁਤ ਚੰਗੀ ਗੱਲ ਆ। ਉਹ ਮੈਨੂੰ ਭੈਣੇ ਕਹਿੰਦੀ ਸ਼ੁਰੂ ਤੋਂ, ਜਿੱਦਾਂ ਵੀ ਅਸੀਂ ਇੰਨਾ ਨੇੜੇ ਆ, ਕਹਿਣਾ ਹੁਣ ਮੈਨੂੰ ਭੈਣੇ ਹੀ ਆ, ਗੱਲ ਅਸੀਂ ਇੱਦਾਂ ਹੀ ਕਰਨੀ ਆ, ਜਿੱਦਾਂ ਹੁੰਦਾ ਵੀ ਭੈਣੇ ਇੱਦਾਂ ਕਰ ਲਓ ਇੱਦਾਂ ਕਰ ਲਓ, ਜੀ ਨਹੀਂ ਕਦੀ ਲਾਇਆ, ਇੰਨਾ ਨੇੜੇ ਆ ਅਸੀਂ, ਅਤੇ ਆਪਣੱਤ ਵੀ ਉਹਦੇ 'ਚ ਹੀ ਆ। ਅਤੇ ਮੈਂ ਉਹਨੇ ਸਿਲੇਬਸ ਕੱਢਤਾ, ਆਪਾਂ ਕਿਤਾਬਾਂ ਲੈ ਲਈਆਂ। ਕਿਤਾਬਾਂ ਲੈ ਕੇ ਤਾਂ ਫਿਰ ਇੱਥੇ ਸਾਡੇ ਸਕੂਲ ਦੇ ਪ੍ਰਿੰਸੀਪਲ ਹੈ, ਕਿਉਂਕਿ ਅਸੀਂ ਹੈਗੇ ਆ ਸਕੂਲਾਂ 'ਚ ਇੱਦਾਂ ਪੜ੍ਹਿਓ ਵੀ ਜਿੱਦਾਂ ਗੱਲਾਂ ਕਰਕੇ ਟੀਚਰ ਸਮਝਾਉਂਦੇ ਆ। ਮੈਂ ਫਿਰ ਕਿਹਾ, ਮੈਂ ਕਿਹਾ ਸਰ ਮੈਨੂੰ ਜੇ ਤੁਸੀਂ ਇਜਾਜ਼ਤ ਦੇ ਦਿਓ ਕਲਾਸਾਂ ਲਾਉਣ ਦੀ, ਵੀ ਮੈਂ ਕਰਨਾ ਚਾਹੁੰਦੀ। ਉਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ ਅਤੇ ਫਿਰ ਮੈਂ ਸ਼ੁਰੂ ਕੀਤੀ ਪੜ੍ਹਾਈ। ਜਾਂਦੇ ਨਿਆਣਿਆਂ ਨੂੰ ਕਹਿ ਦਿੱਤਾ ਵੀ ਨਿਆਣਿਓ ਮੈਂ ਤੁਹਾਡੀਆਂ ਮਾਵਾਂ ਜਾਂ ਦਾਦੀਆਂ ਨਾਨੀਆਂ ਵਰਗੀ ਹਾਂ, ਅਤੇ ਹੈਗੀ ਸਟੂਡੈਂਟ ਆ, ਮੈਂ ਵੀ ਉੱਦਾਂ ਹੀ ਫੋਲੋ ਕਰੂੰਗੀ। ਅਤੇ ਵਧੀਆ ਰਿਹਾ ਮੇਰਾ ਸਾਰਾ ਕੁਛ ਸਕੂਲ ਵਾਲਿਆਂ ਦਾ। ਪਹਿਲੇ ਦਿਨ ਜਦੋਂ +2 ਦੀ ਕਲਾਸ 'ਚ ਗਏ, ਉੱਥੇ ਫਿਰ ਕਿੱਦਾਂ ਦਾ ਮਾਹੌਲ ਕਿੱਦਾਂ ਦਾ ਬਣਿਆ ਸੀ ਕਲਾਸ ਦੇ ਵਿੱਚ? ਨਿਆਣੇ ਪੁੱਛਦੇ ਸੀਗੇ ਬਈ ਜਿੱਦਾਂ ਅੱਜ ਕੱਲ੍ਹ ਬਾਹਰ ਜਾਣ ਦਾ ਟਰੈਂਡ ਆ ਜਾਂ ਕੋਈ ਕੀ ਕਰਨਾ। ਮੈਂ ਫਿਰ ਇੱਕ ਦਿਨ ਫੋਟੋ ਲਗਾਈ ਆਪਣੀ 10ਵੀਂ ਵਾਲੀ ਉੱਥੇ ਨੂੰ। ਮੈਂ ਕਿਹਾ ਵੀ ਆਹ ਦੇਖ ਲਓ ਵੀ ਮੈਂ 78 'ਚ ਕੀਤੀ 10ਵੀਂ, ਅਤੇ ਵੀ ਆਹ ਗੱਲ ਆ ਵੀ ਮੈਂ ਕੋਈ ਪੜ੍ਹ ਨਹੀਂ ਹੋਇਆ। ਪਹਿਲਾਂ ਵੀ ਨਾਲੇ ਇਨਲੌਜ ਕਹਿੰਦੇ ਹੁੰਦੇ ਆ ਕੋਈ ਨਹੀਂ ਬਾਅਦ 'ਚ ਪੜ੍ਹ ਲਊਗੀ, ਬਾਅਦ 'ਚ ਕਹਿੰਦੇ ਪੜ੍ਹਾਉਣਾ ਕਿਹਦੀਆਂ ਗੱਲਾਂ। ਅਤੇ ਹੁਣ ਮੈਂ ਕਿਹਾ ਮੈਂ ਪੜ੍ਹਨਾ ਆ, ਅਤੇ ਬਸ ਫਿਰ ਮੈਂ ਸਵੇਰੇ 8 ਵਜੇ ਕਲਾਸ ਲੱਗਦੀ ਸੀ ਓਵਰ ਟਾਈਮ, ਅਤੇ ਉਹ ਬਲਵੰਤ ਗਾਰਗੀ ਦੇ ਕਹਿਣਾ ਕੋ 2 ਅੱਖਰ ਢਿੱਡ 'ਚ ਪੈ ਹੀ ਜਾਣ ਕਹਿੰਦਾ, ਅਤੇ ਮੈਂ ਉਹ ਵੀ ਲਾਉਂਦੀ ਰਹੀ ਹਾਂ। ਮੁਸ਼ਕਿਲ ਥੋੜ੍ਹੀ ਤਾਂ ਹੁੰਦੀ ਸੀ ਫਿਜ਼ੀਕਲੀ, ਜਿੱਦਾਂ ਬਈ ਥਕਾਵਟ ਵੀ ਹੁੰਦੀ ਆ, ਹੁਣ ਏਜ ਫੈਕਟ ਵੀ ਹੈਗਾ, ਪਰ ਮਾਲਕ ਸੱਚੇ ਪਾਤਸ਼ਾਹ ਮਿਹਰ ਕਰਦਾ। ਪੂਰੀ ਫਿਰ ਜਿੱਦਾਂ ਸਕੂਲ ਲੱਗਦਾ 8 ਵਜੇ ਤੋਂ ਲੈ ਕੇ 2, 2:30, 3 ਵਜੇ ਤੱਕ ਪੂਰੀਆਂ ਕਲਾਸਾਂ ਲਾ ਕੇ ਆਉਂਦੇ ਨੇ? ਮੈਂ ਕਲਾਸ ਆਪਣਾ ਪੀਰੀਅਡ ਲਾ ਲੈਂਦੀ ਸੀ, ਫਿਰ ਘਰ ਆਉਣਾ,
ਫਿਰ ਉਸ ਤੋਂ ਬਾਅਦ ਫੇਰ ਜਾਣਾ। ਬੱਚੀ ਮੇਰੇ ਨਾਲ ਰਹਿੰਦੀ ਆ, ਸਵੇਰੇ ਉੱਠ ਕੇ ਪਹਿਲਾਂ ਇਹਨੂੰ ਸਕੂਲ ਭੇਜਣਾ ਤੇ ਦੋਤੀ ਤੁਹਾਡੇ ਨਾਲ ਰਹਿੰਦੀ, ਪਹਿਲਾਂ ਉਹਨੂੰ ਸਕੂਲ ਭੇਜਦੇ ਸੀ ਫਿਰ ਆਪ ਪੜ੍ਹਨ ਜਾਂਦੇ। ਫਿਰ ਆਪ ਜਾਂਦੀ ਸੀ। ਹਾਂਜੀ, ਤੇ ਉਹ ਕਹਿੰਦੀ ਹੁੰਦੀ ਸੀ ਨਾਨੀ ਮਾਂ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਘਰ ਆ ਜਿਓ, ਤੇ ਇਦਾਂ ਦਾ ਵੀ ਦੇਖਣਾ ਪੈਂਦਾ ਸੀ ਸਾਰਾ ਕੁਝ। ਤੇ ਫਿਰ ਕੈਂਸਰ ਦੇ ਨਾਲ ਵੀ ਜੂਝੀ, ਉਹ ਫੇਜ਼ ਵੀ ਜ਼ਿੰਦਗੀ ਦੇ ਵਿੱਚ ਆਇਆ, ਉਹਨੂੰ ਕਿਵੇਂ ਫਿਰ ਟੈਕਲ ਕੀਤਾ? ਇੱਕ ਪਾਸੇ ਪੜ੍ਹਨ ਦਾ ਸੋਚਿਆ, ਇੱਕ ਪਾਸੇ ਇੰਨੀ ਭਿਆਨਕ ਬਿਮਾਰੀ ਦੇ ਨਾਲ ਵੀ ਲੜਨਾ ਸੀਗਾ। ਜੋਸ਼ ਜਜ਼ਬਾ ਜਾਂ ਹਿੰਮਤ ਨੂੰ ਤਾਂ ਮੈਂ ਬਾਰ-ਬਾਰ ਉਹੀ ਕਹਿ ਰਿਹਾ ਵੀ ਉਹ ਤੁਹਾਡੇ 'ਚ ਬਹੁਤ ਹੈ, ਉਹਦੇ ਅੱਗੇ ਤਾਂ ਕੋਈ ਬਿਮਾਰੀ ਆ ਜਾਵੇ ਉਹ ਫੇਲ ਹੀ ਫੇਲ ਹੈ। ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਉਹ ਸਮਾਂ ਕਿਵੇਂ ਟੈਕਲ ਕੀਤਾ? ਉਹ ਇਸ ਤੋਂ ਪਹਿਲਾਂ ਹੋਇਆ ਸੀ ਕੈਂਸਰ ਮੈਨੂੰ ਜਦੋਂ, ਤੇ ਉਦੋਂ ਤਾਂ ਕਿਉਂਕਿ ਮੇਰੀ ਸਟੇਜ ਕਾਫੀ ਐਡਵਾਂਸ ਸੀਗੀ, ਸੈਕੰਡ ਬੀ ਵੀ ਜਿਹੜੀ ਸੀਗੀ, ਸੈਕੰਡ ਬੀ ਸਟੇਜ ਸੀਗੀ। ਇਹਦੀਆਂ ਸਟੇਜਾਂ ਹੁੰਦੀਆਂ ਜਿੱਦਾਂ ਏ ਦੀਆਂ ਪਹਿਲਾਂ ਸਟੇਜਾਂ, ਫਿਰ ਬੀ ਦੀਆਂ, ਸੈਕੰਡ ਦੀਆਂ ਹੁੰਦੀਆਂ। ਤੇ ਬਸ ਵਾਹਿਗੁਰੂ ਨੇ, ਮੈਂ ਇਹੀ ਸੋਚਦੀ ਸੀ ਪੜ੍ਹਨ ਵੇਲੇ ਵੀ ਬਾਬਾ ਜਿਹੜਾ ਤੂੰ ਮੈਨੂੰ ਬਚਾਇਆ ਉਦੋਂ, ਮੇਰੇ ਨਾਲ ਦੇ ਟੁਰ ਗਏ ਆ, ਸਾਰਾ ਕੁਛ ਇੱਦਾਂ ਹੋਇਆ ਭਈ ਜੇ ਤੂੰ ਮੈਨੂੰ ਬਲਦੀ ਅੱਗ 'ਚੋਂ ਰੱਖਿਆ। ਇੱਕ ਵਾਰ ਮੇਰਾ ਐਕਸੀਡੈਂਟ ਬਹੁਤ ਭਿਆਨਕ ਹੋਇਆ ਸੀਗਾ, ਮਲਟੀ ਫ੍ਰੈਕਚਰ ਸੀਗੇ, ਉਦੋਂ ਵੀ ਤੂੰ ਮੈਨੂੰ ਬਚਾਇਆ ਭਈ ਤੂੰ ਹੁਣ ਮੇਰੇ ਕੋਲ ਇੱਦਾਂ ਦਾ ਕਰੋਨਾ ਆ ਕੁਛ, ਜੇ ਤੂੰ ਹੁਣ ਮੇਰੇ ਕੋਲ ਕਰੋਨਾ, ਤੂੰ ਮੈਨੂੰ ਜ਼ਿੰਦਗੀ ਬਖਸ਼ੀ ਹੈ ਨਾ, ਤੇ ਤੂੰ ਮੇਰੇ ਕੋਲ ਚੰਗਾ ਚੰਗਾ ਕਰਾਈ। ਇਹ ਮੈਂ ਉਦੋਂ ਹੀ ਬਾਬੇ ਨੂੰ ਕਿਹਾ ਸੀ ਜਦੋਂ ਮੈਂ ਤਾਂ ਬਿਮਾਰ ਵੀ ਹੋਈ ਸੀ ਨਾ, ਉਦੋਂ ਵੀ ਮੈਂ ਕਿਹਾ ਸੀ, ਮੈਂ ਕਿਹਾ ਬਾਬਾ ਜਦੋਂ ਜੇ ਤੂੰ ਮੈਨੂੰ ਜ਼ਿੰਦਗੀ ਬਖਸ਼ੇ ਤੇ ਮੈਨੂੰ, ਮੈਂ ਤੇਰੇ ਸ਼ੁਕਰਾਨੇ ਵਜੋਂ ਇੱਕ ਤਾਂ ਜਿੱਦਾਂ ਹੁਣ ਅਸੀਂ ਸਿੱਖੀਜ਼ਮ ਮੰਨਦੇ ਹਾਂ, ਅਖੰਡ ਪਾਠ ਸਾਹਿਬ ਦਾ ਮੈਂ ਕਿਹਾ ਸ਼ੁਕਰਾਨੇ ਵਜੋਂ ਪਾਠ ਰਖਾਵਾਂ, ਤੇ ਬਾਕੀ ਬਾਬਾ ਵੀ ਮੇਰੇ ਕੋਲ ਚੰਗੇ ਚੰਗੇ ਕੰਮ ਕਰਾਈ। ਤੇ ਫਿਰ ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ ਮੈਂ ਕਿਹਾ ਇਹ ਰੱਬ ਨੇ ਇੱਕ ਸਬੱਬ ਬਣਾਤਾ ਵੀ ਮੇਰੇ ਕੋਲ ਚੰਗਾ ਕਰਾਉਣਾ ਆ, ਤੇ ਇਹ ਮੇਰਾ ਉਹਨੇ ਫਤਿਹ ਕਰ ਦੇਣਾ। ਬਸ ਉਹਦੇ ਤੇ ਆ। ਪਲੱਸ 2 'ਚ ਨੰਬਰ ਕਿੰਨੇ ਆਏ ਉਦੋਂ ਫਿਰ ਦਿਨ ਰਾਤ ਪੜ੍ਹਨਾ ਪਿਆ, ਮਿਹਨਤ ਵੀ ਕੀਤੀ, ਘਰ ਦੇ ਕੰਮ ਵੀ ਸੀਗੇ, ਫਿਰ ਪਲੱਸ 2 'ਚ ਨੰਬਰ ਕਿੰਨੇ ਲਏ? ਮੇਰੇ ਤਕਰੀਬਨ 70% ਸੀ, 69 ਪਲੱਸ। ਇੰਨੀ ਏਜ ਦੇ ਵਿੱਚ ਵੀ ਮੈਨੂੰ ਲੱਗਦਾ ਦੂਸਰੇ ਇੰਨੇ ਯੰਗ ਜਿਹੜੇ ਦਿਮਾਗ ਨੇ, ਜਾਂ ਅੱਜ ਦਾ ਆਪਾਂ ਕਹਿ ਲਈਏ ਵੀ ਏਜ ਦਾ ਥੋੜਾ ਡਿਫਰੈਂਸ ਦਾ ਫਰਕ ਪੈ ਜਾਂਦਾ ਥੋੜਾ, ਪਰ ਉਹਨਾਂ ਦੇ ਬਰਾਬਰ, ਜਾਂ ਮੈਨੂੰ ਲੱਗਦਾ ਕਈ ਤੁਹਾਡੇ ਤੋਂ ਪਿੱਛੇ ਵੀ ਰਹੇ ਹੋਣੇ। ਨਹੀਂ, ਸਾਡੇ ਜਿਹੜੇ ਇਹ ਸਕੂਲ ਜੇ ਆਪਣਾ ਹਾਇਰ ਸੈਕੰਡਰੀ ਸਕੂਲ ਹੈ ਨਾ, ਇੱਥੇ ਦੇ ਟੀਚਰ ਸਾਡੇ ਇੰਨੇ ਮਿਹਨਤੀ ਆ ਨਾ, ਮਤਲਬ ਮਿਸਾਲ ਹੈ। ਆਪਣੇ ਸਕੂਲਾਂ ਤੋਂ ਬਾਅਦ ਅਸੀਂ ਪੜ੍ਹਦੇ ਰਹੇ ਹਾਂ, ਸਾਨੂੰ ਕੱਲ੍ਹ ਦੇ ਸਾਧੂ ਸਿੰਘ ਸਰ ਪੜ੍ਹਾਉਂਦੇ ਸੀ, ਸਾਧੂ ਸਿੰਘ ਪਰਮਾਰ, ਉਹ ਵੀ ਬਹੁਤ ਚੰਗਾ ਪੜ੍ਹਾਉਂਦੇ ਸੀ। ਪਰ ਜਿਹੜੇ ਇੱਥੇ ਜਦੋਂ ਇਹਨਾਂ ਕੋਲੋਂ ਮੈਂ ਪੜ੍ਹੀ ਹਾਂ, ਮੈਨੂੰ ਉਹ ਜ਼ਿਆਦਾ ਹੈ ਬਈ ਇੰਨਾ ਸੋਹਣਾ ਪੜ੍ਹਾਉਂਦੇ ਆ। ਮੈਂ ਕਈ ਵਾਰ ਮੈਂ ਕਹਿਣਾ ਸਰ ਵੀ ਮੈਨੂੰ ਤੁਸੀਂ ਨਾ ਏਜ 'ਚ ਸੀਨੀਅਰ ਕਰਕੇ ਨਾ ਮੈਨੂੰ ਹੌਸਲਾ ਕਰਿਓ, ਮੈਨੂੰ ਸੱਚੋ ਸੱਚ ਦੱਸੋ ਮੈਂ ਕਿੰਨੇ ਕੁ ਪਾਣੀ 'ਚ ਆ। ਸਾਡੇ ਇੰਗਲਿਸ਼ ਦੇ ਸਾਰੇ ਮਨੀਸ਼ ਸਰ, ਉਹ ਕਹਿੰਦੇ ਹੁੰਦੇ ਸੀਗੇ ਮੈਨੂੰ, ਤੁਹਾਨੂੰ ਨਾ ਜਿਹੜੇ ਆਨਸਰ ਆ ਉਹ ਘੜਨੇ ਆਉਂਦੇ ਆ, ਜਦੋਂ ਟੈਸਟ ਹੋਣੇ ਤਾਂ ਮੈਂ ਤਾਂ ਆਪਣੇ ਵਰਡਿੰਗ 'ਚ ਲਿਖਣਾ ਵੀ ਤੁਸੀਂ ਫਿਕਰ ਨਾ ਕਰੋ, ਤੁਸੀਂ ਤੁਹਾਨੂੰ ਮਤਲਬ ਫੇਲ ਨਹੀਂ ਹੁੰਦੇ, ਤੁਸੀਂ ਤਾਂ ਪਾਸ ਵੀ ਚੰਗੇ ਨੰਬਰਾਂ ਨਾਲ ਹੋਵੋਗੇ। ਉਸ ਤੋਂ ਬਾਅਦ ਫਿਰ ਕਾਲਜ ਦਾ ਅੱਗੇ ਫਿਰ ਕਿਵੇਂ ਐਡਮਿਸ਼ਨ ਦੀ ਗੱਲ ਕੀਤੀ, ਕਿਹੜੇ ਕਾਲਜ ਦੇ ਵਿੱਚ ਐਡਮਿਸ਼ਨ ਲਿਆ? ਹਾਲਾਂਕਿ ਆਪਾਂ ਉਹ ਵੀ ਤੁਹਾਡੇ ਕਾਲਜ ਵੀ ਜਾਵਾਂਗੇ, ਤੁਹਾਡੀਆਂ ਕਲਾਸਾਂ ਵੀ ਦੇਖਾਂਗੇ, ਤੁਹਾਡੇ ਪ੍ਰਿੰਸੀਪਲ ਮੈਮ ਦੇ ਨਾਲ ਵੀ ਜਾਂ ਸਰ ਜੋ ਵੀ ਉੱਥੇ ਨੇ ਗੱਲਬਾਤ ਕਰਾਂਗੇ, ਪਰ ਮੈਂ ਚਾਹੂੰਗਾ ਵੀ ਐਡਮਿਸ਼ਨ ਕਿੱਦਾਂ ਲਿਆ, ਉੱਥੇ ਜਾ ਕੇ ਉਹਨਾਂ ਨੂੰ ਕਿਵੇਂ ਇਸ ਚੀਜ਼ ਦੇ ਲਈ ਤਿਆਰ ਕੀਤਾ ਵੀ ਹਾਂ ਮੈਂ ਵੀ ਤੁਹਾਡੀ ਸਟੂਡੈਂਟ ਬਣੂੰਗੀ, ਮੈਂ ਵੀ ਪੜ੍ਹਨਾ ਚਾਹੁੰਦੀ ਅੱਗੇ BA ਕਰਨੀ? ਪਹਿਲਾਂ ਜਦੋਂ ਐਡਮਿਸ਼ਨ ਲਿਆ ਤਾਂ ਮੈਂ ਦੱਸਿਆ ਪ੍ਰਿੰਸੀਪਲ ਮੈਮ ਨੂੰ, ਮੈਂ ਕਿਹਾ ਮੈਂ ਇੱਦਾਂ ਦਾ ਪੜ੍ਹਨਾ ਚਾਹੁੰਦੀ। ਉਹਨੇ ਵੀ ਸਹਿਯੋਗ ਕੀਤਾ ਮੈਨੂੰ, ਸਾਡੇ ਜਿਹੜੇ ਲੈਕਚਰਰ ਟੀਚਰਸ ਨੇ ਸਾਰਿਆਂ ਨੇ ਸਹਿਯੋਗ ਕੀਤਾ। ਫਿਰ ਔਨਲਾਈਨ ਕਲਾਸਾਂ ਸੀ, ਕੋਈ ਦਿੱਕਤ ਨਹੀਂ ਆਈ। ਫਿਰ ਹੁਣ ਅਚਾਨਕ ਕਹਿੰਦੇ ਜੀ ਕਾਲਜ ਆਓ, ਫਿਰ ਦਿੱਕਤ ਆਈ। ਫਿਰ ਮੈਂ ਡੀ ਸਾਹਿਬ ਕੋਲ ਗਈ, ਐਪਲੀਕੇਸ਼ਨ ਦਿੱਤੀ ਉਹਨਾਂ ਨੂੰ, ਮੈਂ ਕਿਹਾ ਵੀ ਜੀ ਵੀ ਮੈਂ ਰੈਗੂਲਰ ਕਲਾਸਾਂ ਲਾਉਣੀਆਂ ਚਾਹੁੰਦੀ ਹਾਂ ਤੇ ਮੈਨੂੰ ਪਰਮਿਸ਼ਨ ਦਿੱਤੀ ਜਾਵੇ ਬਈ ਪੜ੍ਹਨ ਦੀ, ਅੱਗੇ ਬਈ ਪਿੰਡ ਦੇ ਕੰਮ ਵੀ ਇੰਨੇ ਵਜੇ ਤੋਂ ਬਾਅਦ ਮੈਂ ਅਵੇਲੇਬਲ ਹੋਊਂਗੀ। ਤੇ ਉਹ ਫਿਰ ਉਹਨਾਂ ਨੇ ਕਿਹਾ ਬਈ ਠੀਕ ਹੈ ਤੁਸੀਂ ਕਰ ਸਕਦੇ ਆ, ਤੁਸੀਂ ਜਾਓ। ਬੱਚੇ ਉੱਦਾਂ ਭੱਜਦੇ ਨੇ ਕਲਾਸਾਂ ਲਾਉਣ ਤੋਂ, ਲੈਕਚਰ ਲਾਉਣ ਲਈ, ਤੁਸੀਂ ਐਪਲੀਕੇਸ਼ਨ ਦਿੱਤੀ ਵੀ ਮੈਂ ਰੈਗੂਲਰ ਲਾਉਣੀਆਂ ਨੇ ਕਲਾਸਾਂ? ਹਾਂਜੀ, ਮੈਨੂੰ ਚੰਗਾ ਲੱਗਦਾ, ਪੜ੍ਹਨ 'ਚ ਮੇਰੀ ਰੁਚੀ ਹੈ ਸੀ, ਸ਼ੁਰੂ ਤੋਂ ਰੁਚੀ ਵੀ ਸੀਗੀ, ਪਰ ਹੁਣ ਤਾਂ ਕਹਿ ਲਓ ਵੀ ਮਤਲਬ ਜਿੱਦਾਂ ਠਾਣ ਲਿਆ ਸੀ ਵੀ ਪੜ੍ਹਨਾ ਤਾਂ ਪੜ੍ਹਨਾ ਹੀ ਆ, ਇਹ ਕੰਮ ਕਰਨਾ ਤਾਂ ਕਰਨਾ ਹੀ ਆ। ਫਿਰ BA ਦੇ ਵਿੱਚ ਐਡਮਿਸ਼ਨ ਲੈ ਲਈ, ਕਿਹੜੇ ਕਿਹੜੇ ਸਬਜੈਕਟ ਰੱਖੇ ਨੇ ਹੁਣ ਤੁਸੀਂ? ਸਬਜੈਕਟ ਜਿੱਦਾਂ ਹੁਣ ਇੰਗਲਿਸ਼ ਪੰਜਾਬੀ ਤਾਂ ਹੈ ਹੀ ਹੈ, ਅਤੇ ਮੈਂ ਪੋਲੀਟੀਕਲ ਸਾਇੰਸ, ਹਿਸਟਰੀ, ਸੋਸ਼ੀਓਲੋਜੀ ਮੈਨੂੰ ਚਾਹੀਦੀ ਸੀਗੀ, ਜਿਹੜਾ ਮੈਂ ਲਾਅ ਲਈ ਮੈਨੂੰ ਸੀਗਾ, ਉਹ ਇਹਨਾਂ ਕੋਲ ਹੈ ਨਹੀਂ ਸੀ। ਫਿਰ ਇਲੈਕਟਿਵ ਪੰਜਾਬੀ ਲਈ, ਫਿਰ ਪਬਲਿਕ ਐਡ ਦੀ ਇੱਕ ਬੁੱਕ ਲਈ। ਮੈਂ ਕਿਹਾ ਮੈਂ ਸੋਚਿਆ ਵੀ ਇਹ ਪੜ੍ਹ ਕੇ ਇੱਕ ਅਲੱਗ ਪੇਪਰ ਦੇ ਲੂੰਗੀ।
ਇੱਦਾਂ। ਪਰਿਵਾਰ ਦੇ ਬਾਰੇ ਜਾਣਨਾ ਚਾਹੂੰਗਾ ਥੋੜਾ ਜਿਹਾ, ਪਿਛੋਕੜ ਕੌਣ ਹੈ ਪਰਿਵਾਰ ਦੇ ਵਿੱਚ, ਕਿੱਥੇ ਨੇ ਜਾਂ ਕਿਵੇਂ ਆ, ਪਰਿਵਾਰ ਦੇ ਬਾਰੇ ਜਾਣਨਾ। ਇਸ ਵੇਲੇ ਤਾਂ ਮੈਂ ਇੱਥੇ ਮੇਰੇ ਇਨਲੋਜ਼ ਨੇ ਜੀ, ਇਨਲੋਜ਼ ਦਾ ਪਿੰਡ ਹੈ, ਅਤੇ ਪੇਰੈਂਟਸ ਮੇਰੇ ਤਾਂ ਚਲੋ ਰੱਬ ਨੂੰ ਪਿਆਰੇ ਹੋ ਗਏ, ਉਹ ਕਾਫੀ ਦੇਰ ਹੋ ਗਈ ਉਹਨਾਂ ਨੂੰ। ਅਤੇ ਪਰਿਵਾਰ ਦੇ ਵਿੱਚ ਇੱਕ ਇਹ ਬੱਚੀ ਆ ਮੇਰੇ ਕੋਲ, ਇੱਕ ਭੈਣ, ਸਾਡੀ 40 ਸਾਲ ਤੋਂ ਅਸੀਂ ਇਕੱਠੇ ਹੀ ਰਹਿੰਦੇ ਹਾਂ। ਅਤੇ ਵਿਆਹ ਵੀ ਕਹਿੰਦੇ ਤੁਹਾਡੇ ਜਦੋਂ ਸ਼ਾਇਦ ਉਹ ਵੀ ਇੱਕ ਕਾਰਨ ਰਿਹਾ ਹੋਊਗਾ, ਤੁਹਾਡੀ ਪੜ੍ਹਾਈ ਅੱਗੇ ਨਹੀਂ ਹੋ ਸਕੀ, ਕਹਿੰਦੇ 10ਵੀਂ ਤੁਹਾਡੀ ਕਰਦੇ ਸਾਰ ਤੁਹਾਡਾ ਮੈਰਿਜ ਹੋ ਗਈ ਸੀਗੀ। ਹਾਂਜੀ, ਮੈਂ ਪ੍ਰੈਪ ਕਰਦੀ ਸੀ, ਅਤੇ ਮੇਰੇ ਫਾਦਰ ਸਾਹਿਬ ਉਦੋਂ 55 ਸਾਲ ਦੇ ਸੀਗੇ, ਪੁਲਿਸ 'ਚ ਸੀ ਮੇਰੇ ਫਾਦਰ, ਅਤੇ ਉਹਨਾਂ ਨੇ ਪਿਸ਼ਾਵਰ ਵੀ ਜੋਬ ਕੀਤੀ ਸੀ, ਲਹਿੰਦੇ ਪੰਜਾਬ 'ਚ ਸੰਨ 48 ਦੇ ਵਿੱਚ 47-48 'ਚ ਲੁਧਿਆਣਾ ਟਰਾਂਸਫਰ ਸੀ ਪਹਿਲੀ ਉਹਨਾਂ ਦੀ। ਅਤੇ ਉਹ ਫਿਰ ਮੇਰੇ ਦਾਦਾ ਜੀ ਨੇ ਇੱਥੇ ਬਾਬਾ ਗੁਰਦਿੱਤਾ ਜੀ ਦੀ ਜਗ੍ਹਾ ਹੈ, ਧੰਨ ਬਾਬਾ ਗੁਰਦਿੱਤਾ, ਜੋ ਵਾਰ ਮੰਗਿਆ ਸੋ ਦਿੱਤਾ ਉੱਥੇ। ਤਾਂ ਮੇਰੇ ਦਾਦਾ ਜੀ ਨੇ ਸੁੱਖਿਆ ਵੀ ਬਾਬਾ ਜੇ ਤਾਂ ਭੁਜੰਗੀ ਦੇਂਗਾ ਤਾਂ ਸਿੰਘ ਸਜਾਵਾਂਗੇ, ਜੇ ਧੀ ਦੇਂਗਾ ਤਾਂ ਫਿਰ ਅਸੀਂ ਦਾਨ ਕਰਾਂਗੇ, ਇੱਦਾਂ ਨੱਕ ਕੰਨ ਨਹੀਂ ਕਰਾਂਗੇ ਪਹਿਲਾਂ ਵਿਆਹ ਤੋਂ। ਅਤੇ ਫਿਰ ਮੇਰੀ ਵਾਰੀ ਆ ਗਈ, ਉਹ ਢਿੱਲੇ ਹੋ ਗਏ ਅਚਾਨਕ, ਜਦ ਕਿ ਮੇਰੇ ਫਾਦਰ ਸਾਹਿਬ ਤੋਂ ਬਾਅਦ 'ਚ ਡੈਥ ਹੋਈ ਉਹਨਾਂ ਦੀ। ਇੱਕ ਵਾਰ ਉਹ ਢਿੱਲੇ ਹੋ ਗਏ, ਕਾਫੀ ਪਤਾ ਨਹੀਂ ਸੀ, ਉਹ ਕਹਿੰਦੇ ਵੀ ਮੈਂ ਤਾਂ ਆਪਣੇ ਜੀਂਦੇ ਜੀ ਕਰਨਾ ਹੀ ਕਰਨਾ, ਅਤੇ ਵਿਆਹ ਹੋ ਗਿਆ। ਫਿਰ ਇਨਲੋਜ਼ ਕਹਿੰਦੇ, ਮੈਂ ਕਿਹਾ ਮੈਂ ਪੜ੍ਹਨਾ ਆ, ਇਨਲੋਜ਼ ਕਹਿੰਦੇ ਕੋਈ ਨਹੀਂ, ਵੀ ਸੀਗੀ ਮੈਂ 1.25 ਲੱਖ ਪਿੱਛੇ, ਕਹਿੰਦੇ ਕੋਈ ਨਹੀਂ ਬਾਅਦ 'ਚ ਵੀ ਪੜ੍ਹਦੀ ਰਵੇ। ਫਿਰ ਕਹਿੰਦੇ ਪੜ੍ਹਾਉਣਾ ਤਾਂ ਕਿਹਦੀਆਂ ਗੱਲਾਂ ਹੁੰਦੀਆਂ। ਉਹ ਸ਼ੌਂਕ ਮੈਨੂੰ ਲੱਗਦਾ ਅੱਜ ਤੁਸੀਂ ਆਪਣਾ ਪੂਰਾ ਵੀ ਕਰ ਰਹੇ ਹੋ, ਔਰ ਇੱਕ ਜਿਹੜੀ ਸੋਚ ਹੈ ਉਹ ਬੜੀ ਵੱਡੀ ਗੱਲ ਹੈ ਵੀ ਲੋਕਾਂ ਦੇ ਲਈ ਪੜ੍ਹ ਰਹੇ ਹੋ, ਵੀ ਜੇ ਪੜ੍ਹਾਈ ਤਾਂ ਮੇਰੀ ਹੈ ਪਰ ਮੈਂ ਜੇ ਕੁਝ ਬਣਾਂਗੀ ਤਾਂ ਉਹ ਤਾਂ ਵੀ ਲੋਕਾਂ ਦੇ ਲਈ। ਜਿਵੇਂ ਤੁਸੀਂ ਇੰਸੀਡੈਂਟ ਦੀ ਗੱਲ ਕੀਤੀ, ਲੋਕਾਂ ਦਾ ਨਜ਼ਰੀਆ ਕੀ ਸੀਗਾ, ਪਰਿਵਾਰ ਦਾ, ਰਿਸ਼ਤੇਦਾਰਾਂ ਦਾ, ਇੰਨੀ ਵੱਡੀ ਉਮਰ ਦੇ ਵਿੱਚ ਜਾ ਕੇ ਬੱਚਿਆਂ ਦੇ ਨਾਲ ਪੜ੍ਹਾਈ ਕਰਨੀ, ਬਹਿਣਾ, ਹੈ ਨਾ, ਪਰਿਵਾਰ ਵੀ ਕਹਿੰਦਾ ਹੋਊਗਾ, ਰਿਸ਼ਤੇਦਾਰ ਵੀ ਫੋਨ ਕਰਦੇ ਹੋਣਗੇ ਵੀ ਭੈਣ ਜੀ ਕਿੱਥੇ, ਤੁਸੀਂ ਦੱਸ ਦੇਣਾ ਵੀ ਮੈਂ ਤਾਂ ਕਾਲਜ ਜਾਂ ਕਲਾਸ ਲਾਉਣ ਆਈ ਹਾਂ। ਉਹਨਾਂ ਦਾ ਨਜ਼ਰੀਆ ਕੀ ਸੀ ਤੁਹਾਡੇ ਪ੍ਰਤੀ, ਜਾਂ ਹੁਣ ਵੀ ਕੀ ਆ? ਬਿਲਕੁਲ ਇੱਦਾਂ ਹੁੰਦੀ ਸੀ। ਈਵਨ ਪਿੰਡ ਦੇ ਕੰਮ ਜਦੋਂ ਮੈਨੂੰ ਕਿਤੇ ਜਾਣਾ ਪੈਂਦਾ ਸੀ ਤਾਂ ਲੋਕਾਂ ਨੂੰ ਪਤਾ ਸੀ ਸਕੂਲ ਹੈ, ਉੱਥੋਂ ਹੀ ਮੈਨੂੰ ਕਹਿ ਦਿੰਦੇ ਸੀ, ਮੈਂ ਫਿਰ ਛੁੱਟੀ ਲੈ ਕੇ ਕਰ ਦਿੰਦੀ ਸੀ ਕੰਮ ਜਿਹੜੇ ਮੇਰੇ ਹੁੰਦੇ ਸੀ ਅਜੇ ਲੰਬੜਦਾਰ। ਅਤੇ ਬਾਕੀ ਮੈਨੂੰ ਕਹਿੰਦੇ ਨਾ ਤੂੰ ਹੁਣ ਇੱਥੇ ਨੌਕਰੀਆਂ ਕਰਨੀਆਂ, ਤੈਨੂੰ ਤੂੰ ਕੀ ਲੈਣਾ ਪੜ੍ਹ ਕੇ। ਅਤੇ ਫਿਰ ਮੈਂ ਕਿਹਾ ਵੀ ਨਹੀਂ ਮੈਂ ਪੜ੍ਹਨਾ ਆ, ਮੇਰਾ ਬਸ ਹੁਣ ਹੈ ਇੱਕ ਆਪਣੇ ਮਨ 'ਚ, ਅਤੇ ਬਸ ਫਿਰ ਡਟ ਗਏ ਆਪਾਂ। ਐਡਮਿਸ਼ਨ ਕਿਹੜੇ ਕਾਲਜ ਲਈ ਫਿਰ? ਇੱਥੇ ਸਾਡੇ ਨੇੜੇ ਗੁਰੂ ਹਰਰਾਏ ਸਾਹਿਬ ਕਾਲਜ ਹੈ ਜੀ, ਕੁੜੀਆਂ ਦਾ ਕਾਲਜ ਆ। ਤੇ ਫਿਰ ਜਾ ਕੇ ਹੁਣ ਬੱਚੇ ਉਹਨਾਂ ਦਾ ਕਿੱਦਾਂ ਰਿਐਕਸ਼ਨ ਹੁੰਦਾ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਨੇ ਐਜ਼, ਚਲੋ ਤੁਸੀਂ ਇੱਕ ਮਾਵਾਂ ਦੇ ਬਰਾਬਰ ਵੀ ਉੱਥੇ ਵਿਚਰਦੇ ਹੋਵੋਗੇ, ਟੀਚਰ ਵੀ ਉੱਥੇ ਜਿਹੜੀਆਂ ਕੁੜੀਆਂ ਆ ਅਤੇ ਬੀਜੀ ਕਹਿੰਦੀਆਂ ਮੈਨੂੰ, ਅਤੇ ਇੱਕ ਕੁੜੀ ਹੈਗੀ ਆ ਪਲੱਸ BA 2 ਦੀ ਆ, ਬੜਾ ਪਿਆਰ ਕਰਦੀ ਮੈਨੂੰ, ਉੱਪਰੋਂ ਦੇਖ ਲੈਂਦੀ ਮੈਂ ਆ ਗਈ ਹਾਂ ਅਤੇ ਉਹਨੇ ਥੱਲੇ ਆਉਣਾ ਬੈਗ ਲੈਣ, ਬਈ ਉਹ ਦੇਖ ਲੈਂਦੇ ਵੀ ਸਾਹ ਲੈ ਲੈ ਕੇ ਕਈ ਵਾਰ ਹੁੰਦੀ ਸਮ ਟਾਈਮ ਨਹੀਂ ਤਾਂ ਵੀ ਠੀਕ ਹੁੰਦੀ। ਮੈਂ ਉਹਨੂੰ ਬਥੇਰਾ ਕਹੂੰਗੀ ਆਪਣਾ ਭਾਰ ਜ਼ਿੰਦਗੀ 'ਚ ਆਪ ਚੱਕਣਾ ਪੁੱਤ, ਨਹੀਂ ਥੈਂਕ ਯੂ, ਕਹਿੰਦੀ ਨਹੀਂ ਬੀਜੀ ਤੂੰ ਕੋਈ ਨਹੀਂ ਸਾਡੀ ਮਾਂ ਵਰਗੀ ਆ, ਤੂੰ ਕੋਈ ਨਹੀਂ ਕਰਦੇ। ਬੱਚੇ ਬਹੁਤ ਚੰਗੇ ਕੋਆਪਰੇਟਿਵ ਆ, ਜਿੱਦਾਂ ਨੋਟਸ ਮੈਨੂੰ ਲੋੜ ਹੋਵੇ ਤਾਂ ਮੈਂ ਲੈ ਲੈਂਦੀ ਹਾਂ ਉਹਨਾਂ ਤੋਂ, ਚੰਗੇ ਨੇ ਸਾਰੇ, ਬਹੁਤ ਮਦਦ ਵੀ ਕਰਦੇ ਨੇ ਬਹੁਤ। ਟੀਚਰ ਤਾਂ ਮੈਨੂੰ ਲੱਗਦਾ ਤੁਹਾਡੀ ਨੂੰ ਬਹੁਤ ਛੋਟੀ ਉਮਰ ਦੇ ਹੋਣਗੇ ਉੱਥੇ, ਜੇ ਕਾਲਜ ਦੇ ਵਿੱਚ ਪ੍ਰੋਫੈਸਰ ਵੀ ਹੁੰਦੇ ਹੋਣਗੇ। ਹਾਂਜੀ, ਇਹ ਛੋਟੀ ਉਮਰ ਦੀਆਂ ਕੁੜੀਆਂ ਆ, ਲੇਕਿਨ ਮੇਰੇ ਲਈ ਤਾਂ ਉਹ ਗੁਰੂ ਆ। ਮੈਂ ਤਾਂ ਉਹ ਮੈਨੂੰ ਕਹਿ ਵੀ ਦਿੰਦੇ ਤੁਸੀਂ ਸਾਡੇ ਮਾਂ ਵਰਗੇ ਆ, ਮੈਂ ਕਿਹਾ ਨਹੀਂ ਭਾਈ ਮੇਰੇ ਤੁਸੀਂ ਗੁਰੂ ਆ, ਉਹ ਤੁਹਾਡੀ ਬਹੁਤ ਦਰਿਆ ਦਿਲੀ ਆ ਵੀ ਤੁਸੀਂ ਮੈਨੂੰ ਇੱਦਾਂ ਮਾਣ ਤਾਣ ਦਿੰਦੇ ਆ, ਬਹੁਤ ਚੰਗੇ ਸੀ। ਆਪਾਂ ਫਿਰ ਚੱਲੀਏ ਤੁਹਾਡੇ ਕਾਲਜ ਵੀ ਜਾ ਕੇ ਦੇਖਦੇ ਆ ਉੱਥੇ ਕਿਵੇਂ ਤੁਸੀਂ ਕਲਾਸ ਲਾਉਂਦੇ ਹੋ, ਕਿਵੇਂ ਤੁਹਾਡਾ ਉੱਥੇ ਫਰੈਂਡ ਸਰਕਲ ਬਣਿਆ, ਉਹ ਬੱਚੀਆਂ ਕਿਵੇਂ ਤੁਹਾਡੇ ਨਾਲ ਵਿਚਰਦੀਆਂ ਨੇ। ਫਿਰ ਆਪਾਂ ਚੱਲਦੇ ਹਾਂ ਤੁਹਾਡੇ ਕਾਲਜ। ਤਾਂ ਅਗਲੀਆਂ ਤਸਵੀਰਾਂ ਤੁਹਾਨੂੰ ਅਸੀਂ ਕਾਲਜ ਦੀਆਂ ਦਿਖਾਵਾਂਗੇ ਜਿੱਥੇ ਮਨਜੀਤ ਕੌਰ ਜੀ ਕਲਾਸਾਂ ਲਾਉਂਦੇ ਨੇ, ਜਿੱਥੇ ਅਟੈਂਡ ਕਰਦੇ ਨੇ, ਜਿੱਥੇ ਉਹਨਾਂ ਦਾ ਇੱਕ ਫਰੈਂਡ ਸਰਕਲ ਬਣਿਆ ਹੋਇਆ ਹੈ, ਜਿੱਥੇ ਪੜ੍ਹਾਈ ਦੇ ਸੰਬੰਧੀ ਵਿਚਾਰਾਂ ਦੇ ਵਟਾਂਦਰੇ ਹੁੰਦੇ ਨੇ, ਨੋਟਸ ਦੀ ਆਦਾਨ ਪ੍ਰਦਾਨ ਹੁੰਦਾ ਹੈ। ਤਾਂ ਆਓ ਫਿਰ ਚੱਲਦੇ ਹਾਂ ਉਸ ਕਾਲਜ ਦੇ ਵਿੱਚ ਜਿੱਥੇ ਮਨਜੀਤ ਕੌਰ ਜੀ ਪੜ੍ਹਾਈ ਕਰ ਰਹੇ ਨੇ। ਤਾਂ ਮਨਜੀਤ ਕੌਰ ਜੀ ਦਾ ਤੁਸੀਂ ਘਰ ਦਾ ਜੀਵਨ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਉਹ ਘਰ ਦੇ ਵਿੱਚ ਪਰਿਵਾਰ ਦੇ ਨਾਲ ਵਿਚਰਦੇ ਨੇ, ਘਰ ਦੇ ਕੰਮਕਾਰ ਕਰਦੇ ਨੇ, ਔਰ ਉਸ ਤੋਂ ਬਾਅਦ ਕਾਲਜ ਪਹੁੰਚਦੇ ਨੇ। ਤੇ ਅਸੀਂ ਵੀ ਕੋਸ਼ਿਸ਼ ਕੀਤੀ ਹੈ ਵੀ ਕਾਲਜ ਦੇ ਵਿੱਚ ਜਾ ਕੇ ਦੇਖੀਏ ਵੀ ਮਨਜੀਤ ਕੌਰ ਜੀ ਵਾਕਈ ਉਹਨਾਂ ਬੱਚਿਆਂ ਦੇ ਨਾਲ ਬੈਠਦੇ ਨੇ, ਕਲਾਸਾਂ ਲਗਾਉਂਦੇ ਨੇ। ਤਾਂ ਆਪਾਂ ਇਸ ਟਾਈਮ ਪਹੁੰਚੇ ਹਾਂ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਕਾਲਜ ਫॉर ਵਿਮਨ ਚੱਬੇਵਾਲ ਦੇ ਵਿੱਚ। ਤਾਂ ਇੱਕ ਕਲਾਸ ਦੇ ਵਿੱਚ ਮੌਜੂਦ ਹਾਂ, ਪੋਲੀਟੀਕਲ ਸਾਇੰਸ ਦੀ ਇਹ ਕਲਾਸ ਲੱਗੀ ਹੋਈ ਹੈ। ਤਾਂ ਮਨਜੀਤ ਕੌਰ ਜੀ ਆਪਣੀਆਂ ਸਾਥੀ ਜਿਹੜੀਆਂ ਵਿਦਿਆਰਥਣਾਂ ਨੇ ਉਹਨਾਂ ਦੇ ਨਾਲ ਬੈਠ ਕੇ ਪੜ੍ਹ ਰਹੇ ਨੇ। ਇਹ ਤਸਵੀਰ ਖੂਬਸੂਰਤੀ
ਔਰ ਹਿੰਮਤ ਦੀ ਔਰ ਜੋਸ਼ ਦੀ ਔਰ ਜਜ਼ਬੇ ਨੂੰ ਬਿਆਨ ਕਰ ਰਹੀ ਹੈ। ਕਿਉਂਕਿ ਇੱਕ ਪਾਸੇ BA ਫਸਟ ਈਅਰ ਦੇ ਵਿੱਚ ਮੈਨੂੰ ਲੱਗਦਾ ਵੀ 16-17 ਸਾਲਾਂ ਦੀਆਂ 18 ਸਾਲਾਂ ਦੀਆਂ ਬੱਚੀਆਂ ਮੇਰੀਆਂ ਭੈਣਾਂ ਇੱਥੇ ਪੜ੍ਹ ਰਹੀਆਂ ਹੋਣਗੀਆਂ, ਤਾਂ ਦੂਸਰੇ ਪਾਸੇ 57 ਸਾਲ ਦੇ ਮਨਜੀਤ ਕੌਰ ਵੀ ਉਹਨਾਂ ਦੇ ਬਰਾਬਰ ਬੈਠ ਕੇ ਪੜ੍ਹ ਰਹੇ ਨੇ। ਮਾਫੀ ਚਾਹੁੰਦੇ ਹਾਂ ਮੈਮ ਤੋਂ ਵੀ ਅਸੀਂ ਵੀ ਤੁਹਾਡੇ ਲੈਕਚਰ ਦੇ ਵਿੱਚ ਆਪਾਂ ਥੋੜੀ ਡਿਸਟਰਬੈਂਸ ਕੀਤੀ, ਔਰ ਭੈਣਾਂ ਤੋਂ ਵੀ ਮਾਫੀ ਚਾਹੁੰਦੇ ਹਾਂ ਵੀ ਤੁਹਾਨੂੰ ਥੋੜਾ ਡਿਸਟਰਬ ਕਰ ਰਹੇ ਹਾਂ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਨਜੀਤ ਕੌਰ ਜੀ, ਕਾਲਜ ਦੇ ਵਿੱਚ ਆ ਕੇ ਇਹਨਾਂ ਬੱਚਿਆਂ ਦੇ ਨਾਲ ਬੈਠ ਕੇ ਪੜ੍ਹਨਾ ਕਿਵੇਂ ਲੱਗਦਾ ਹੈ? ਤੁਹਾਡੇ ਬੱਚਿਆਂ ਤੇ ਮੈਨੂੰ ਲੱਗਦਾ ਉਹਨਾਂ ਤੋਂ ਵੀ ਛੋਟੀ ਹੋਣਗੀ। ਬਹੁਤ ਚੰਗਾ ਲੱਗਦਾ ਜੀ, ਸਾਰੇ ਕੋਆਪਰੇਟਿਵ ਬਹੁਤ ਹੈਗੇ ਆ। ਜਿੱਦਾਂ ਮੈਂ ਫਿਜ਼ੀਕਲੀ ਸਮ ਟਾਈਮ ਮੈਨੂੰ ਪ੍ਰੋਬਲਮ ਆਉਂਦੀ ਆ ਤੇ ਫਿਰ ਮੈਨੂੰ ਨੋਟਸ 'ਚ ਮਦਦ ਕਰਦੀਆਂ ਕੁੜੀਆਂ, ਤੇ ਅਦਰਵਾਈਜ਼ ਵੀ ਬਹੁਤ ਕੋਆਪਰੇਟਿਵ ਹੈ ਸਾਰੇ, ਬਹੁਤ ਚੰਗਾ ਲੱਗਦਾ। ਸਬਜੈਕਟ ਕਿਹੜੇ ਕਿਹੜੇ ਰੱਖੇ ਨੇ? ਸਬਜੈਕਟ ਜਿੱਦਾਂ ਆ ਇੰਗਲਿਸ਼ ਪੰਜਾਬੀ ਤਾਂ ਲਾਜ਼ਮੀ ਹੈਗਾ ਹੀ ਆ ਰੱਖਣੇ, ਬਾਕੀ ਜਿੱਦਾਂ ਮੇਰਾ ਜਿਹੜਾ ਹੈਗਾ ਏਮ ਆ ਮੇਰਾ, ਉਹ ਮੈਂ ਲਾਅ ਕਰਨ ਦਾ ਆ, ਅਤੇ ਮੈਂ ਪੋਲੀਟੀਕਲ ਸਾਇੰਸ ਰੱਖੀ, ਹਿਸਟਰੀ ਰੱਖੀ ਆ, ਅਤੇ ਸੋਸ਼ੀਓਲੋਜੀ ਵੀ ਮੈਂ ਚਾਹੁੰਦੀ ਸੀਗੀ ਉਹਦੇ ਲਈ, ਪਰ ਇੱਥੇ ਨਹੀਂ ਸੀਗੀ। ਫਿਰ ਮੈਂ ਇਲੈਕਟਿਵ ਪੰਜਾਬੀ ਰੱਖੀ, ਅਤੇ ਫਿਰ ਪਬਲਿਕ ਐਡ ਦਾ ਮੈਂ ਸੋਚਦੀ ਇੱਕ ਪੇਪਰ ਮੈਂ ਨਾਲ ਦਊਂਗੀ, ਤਾਂ ਕਿ ਮੈਨੂੰ ਜਿਹੜਾ ਮੇਰਾ ਫਿਊਚਰ ਲਈ ਮੈਨੂੰ ਜੋ ਚਾਹੀਦਾ ਉਹ ਮੈਂ ਪੜ੍ਹ ਸਕਾਂ। ਅੱਛਾ, ਜਿਵੇਂ ਆਪਾਂ ਦੇਖਦੇ ਹਾਂ ਜਦੋਂ ਮੈਂ ਵੀ ਕਾਲਜ ਪੜ੍ਹਦਾ ਸੀਗਾ ਤਾਂ ਮੈਂ ਕਾਲਜ ਜਾਂਦਾ ਸੀ, ਕਲਾਸ ਦੇ ਵਿੱਚ ਜਾਂਦਾ ਸੀਗਾ, ਜਾਂ ਹੋਰ ਮੇਰੇ ਸਾਥੀ ਜਾਂਦੇ ਹੋਣਗੇ, ਤਾਂ ਆਪਾਂ ਜਾਂਦੇ ਜਾ ਕੇ ਆਪਣਾ ਦੋਸਤਾਂ ਮਿੱਤਰਾਂ ਨੂੰ ਮਿਲੀਦਾ ਸੀਗੀਆਂ, ਭੈਣਾਂ ਨੂੰ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਸੀਗੀਆਂ। ਤੁਸੀਂ ਕਲਾਸ ਦੇ ਵਿੱਚ ਆਉਂਦੇ ਹੋ ਇਹਨਾਂ ਤਾਂ ਕਿੱਦਾਂ ਦਾ ਨਜ਼ਰੀਆ ਹੁੰਦਾ ਤੁਹਾਨੂੰ ਲੈ ਕੇ, ਕਿਵੇਂ ਮਿਲਦੀਆਂ ਨੇ ਤੁਹਾਨੂੰ? ਸਾਰੇ ਚੰਗੀ ਤਰ੍ਹਾਂ ਮਿਲਦੇ ਆ, ਮੈਂ ਵੀ ਆਉਂਦੇ, ਮੈਨੂੰ ਵੀ ਕਾਹਲ ਹੁੰਦੀ ਆ ਜਾ ਕੇ ਦੇਖਾਂ ਕਲਾਸ 'ਚ ਕੌਣ ਆਇਆ ਕੌਣ ਨਹੀਂ, ਸਾਰਿਆਂ ਨੂੰ ਮਿਲਾਂ ਜਾ ਕੇ, ਅਤੇ ਸਾਰਿਆਂ ਨੂੰ ਸਾਂਝੀ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ ਮੈਂ ਪਹਿਲਾਂ ਆ ਕੇ, ਅਤੇ ਫਿਰ ਡਿਸਕਸ ਕਰ ਲਈਦਾ ਵੀ ਕੀ ਕਰਾਇਆ ਸੀ ਜਾਂ ਅੱਜ ਕੀ ਹੋਣਾ ਆਪਣਾ ਇੱਥੇ। ਇੱਕ ਹਰ ਬੰਦੇ ਦੇ ਮਨ ਦੇ ਵਿੱਚ ਨਾ ਇੱਕ ਡਾਊਟ ਹੈ, ਮੈਨੂੰ ਲੱਗਦਾ ਉਹ ਸ਼ਾਇਦ ਵਹਿਮ ਹੋਵੇ ਵੀ ਜਦੋਂ ਬੰਦਾ ਸਿੱਖਣਾ ਚਾਹਵੇ ਤਾਂ ਸਿਰਫ ਛੋਟੀ ਉਮਰ ਹੈ, ਕਹਿੰਦੇ ਡਾਲੀ ਜਦੋਂ ਮੋੜ ਦੋ ਛੋਟੀ ਨੂੰ ਉਦੋਂ ਮੁੜ ਜਾਂਦੀ ਹੈ, ਬਾਅਦ 'ਚ ਮੋੜਨੀ ਔਖੀ ਹੁੰਦੀ ਹੈ। ਪੜ੍ਹਨ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ? ਕਿਉਂਕਿ ਏਜ ਦਾ ਲੋਕ ਡਿਫਰੈਂਸ ਦੇਖਦੇ ਹੋਣਗੇ, ਬਹੁਤ ਸਾਰੇ ਦਰਸ਼ਕ ਤੁਹਾਨੂੰ ਵੀ ਦੇਖ ਰਹੇ ਹੋਣਗੇ, ਵੀ ਏਜ ਨੂੰ ਲੈ ਕੇ ਕੋਈ ਸਮਝਣ ਦੇ ਵਿੱਚ ਜਾਂ ਪੜ੍ਹਨ ਦੇ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ? ਇਹਨਾਂ ਦੇ ਬਰਾਬਰ ਪੜ੍ਹ ਜਾਂਦੇ ਆ ਸਾਰਾ? ਸਟੈਮਿਨਾ ਮੇਰਾ ਘੱਟ ਹੈਗਾ ਇਹਨਾਂ ਨਾਲੋਂ, ਕਿਉਂਕਿ ਆਈ ਸਾਈਟ ਦਾ ਵੀ ਇੱਕ ਏਜ 'ਚ ਹੋ ਜਾਂਦਾ ਥੋੜ੍ਹਾ ਨਾ ਜ਼ਿਆਦਾ, ਅਤੇ ਬੰਦਾ ਥੱਕ ਵੀ ਜਾਂਦਾ। ਹੁਣ ਨਾਵਾ 57 ਈਅਰ ਓਲਡ, ਅਤੇ ਥੋੜ੍ਹਾ ਜਿਹਾ ਫਰਕ ਤਾਂ ਹੈਗਾ ਆ, ਪਰ ਉਨੀ ਜ਼ਿਆਦਾ ਮਿਹਨਤ ਕਰ ਲੈਂਦਾ ਬੰਦਾ, ਵੇਲੇ ਕੁ ਵੇਲੇ ਬੈਠ ਕੇ ਪੜ੍ਹ ਹੀ ਲਈਦਾ ਜੀ। ਪਿੰਡੋਂ ਜਦੋਂ ਫੈਸਲਾ ਕੀਤਾ ਤਾਂ ਲੋਕ ਜਦੋਂ ਹੁਣ ਕਾਲਜ ਜਾਂਦੇ ਆ ਦੇਖਦੇ, ਰਿਸ਼ਤੇਦਾਰਾਂ ਦੇ ਫੋਨ ਵੀ ਆਉਂਦੇ ਹੋਣਗੇ, ਪੁੱਛਦੇ ਹੋਣਗੇ ਕਿੱਥੇ ਆ, ਮੇਰੀ ਤਾਂ ਕਲਾਸ ਲੱਗੀ ਆ, ਫਿਰ ਕਿਵੇਂ ਦੱਸਦੇ ਉਹਨਾਂ ਨੂੰ? ਕੀ ਉਹਨਾਂ ਦੀ ਕੀ ਸੋਚ ਹੁੰਦੀ ਤੁਹਾਡੇ? ਉਹ ਕਈ ਤਾਂ ਮੈਨੂੰ ਪੁੱਛਦੇ ਵੀ ਹੁਣ ਤੂੰ ਕਿਹੜੀ ਨੌਕਰੀ ਕਰਨੀ ਆ ਜਾਂ ਕੁਛ ਕਰਨਾ, ਫਿਰ ਮੈਂ ਦੱਸਦੀ ਹੁੰਦੀ ਆ ਵੀ ਮੇਰੇ ਨਿਸ਼ਾਨੇ ਥੋੜ੍ਹੇ ਅਲੱਗ ਹੈਗੇ ਆ, ਮੈਂ ਇਹ ਕਰਨਾ ਆ। ਕਿਉਂਕਿ ਜਦੋਂ ਸਾਡੀ ਵਾਰੀ ਸੀ ਤਾਂ ਪ੍ਰੈਪ ਹੁੰਦੀ ਸੀ, ਤਾਂ ਮੈਂ ਪ੍ਰੈਪ ਹੀ ਕੀਤੀ ਉਦੋਂ। +2 ਤਾਂ ਹੁਣ ਪਿਛਲੇ ਸਾਲ ਹੀ ਕੀਤੀ ਆ, ਉਹ ਵੀ ਇੱਕ ਇੰਸੀਡੈਂਟ ਤੋਂ ਬਾਅਦ। ਸੋ ਇਸ ਤਰ੍ਹਾਂ ਆ। ਤਾਂ ਇਹ ਕਲਾਸ ਲੱਗੀ ਹੈ, ਤੁਹਾਡੀਆਂ ਫਰੈਂਡਸ ਵੀ ਨੇ ਨਾਲ, ਤੁਹਾਡੀਆਂ ਬੱਚੀਆਂ ਵੀ ਨੇ, ਗੱਲਬਾਤ ਕਰਦੇ ਹਾਂ। ਭੈਣ ਜੀ, ਕੀ ਨਾਂ ਤੁਹਾਡਾ? ਸੋਨਾਲੀ। ਨਾਲ ਪੜ੍ਹਦੇ ਹੋ, ਕਿਵੇਂ ਦਾ ਲੱਗਦਾ? ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਸੋਚਦੇ ਹੋ ਕੀ ਹੋ ਇਹਨਾਂ ਦੇ ਬਾਰੇ? ਸਭ ਤੋਂ ਪਹਿਲਾਂ ਤਾਂ ਇਹ ਸੋਚਦਾ ਹੈ ਕਿ ਕਿੰਨਾ ਹੌਸਲਾ ਹੋਊਗਾ ਕਿ ਇੰਨੀ ਵੱਡੀ ਏਜ ਦੇ ਸਾਡੇ ਨਾਲ ਆ ਕੇ ਬੈਠੇ ਆ, ਅਤੇ ਬਹੁਤ ਹੀ ਅਲੱਗ ਜਿਹਾ ਮਹਿਸੂਸ ਹੁੰਦਾ ਆਪਣੇ ਆਪ ਨੂੰ, ਕੋਈ ਟੀਚਰਸ ਤੋਂ ਵੀ ਵੱਡੇ ਨੇ ਇਹ, ਤਾਂ ਫਿਰ ਸਿੱਖਣ ਨੂੰ ਮਿਲਦਾ ਕੁਝ ਇਹਨਾਂ ਦੇ ਕੋਲੋਂ? ਬੈਠਦੇ ਆ ਸਹੇਲੀਆਂ ਦਾ ਐ ਬਾਹਰ ਘੁੰਮਣ ਤਾਂ ਨਹੀਂ ਜਾਂਦੀਆਂ ਕੈਂਟੀਨ ਨੂੰ, ਜਾਂ ਧੁੱਪੇ ਬਹਿ ਕੇ ਧੁੱਪ ਸੇਕਦੀਆਂ ਹੋਣਗੀਆਂ, ਇਹਨਾਂ ਦੇ ਕੋਲ ਬਹਿੰਦੇ ਹੋ? ਹਾਂਜੀ ਬਹਿੰਦੇ ਆ, ਇਹਨਾਂ ਦੀਆਂ ਗੱਲਾਂ ਜ਼ਿਆਦਾ ਸੁਣਨ ਵਾਲੀਆਂ ਹੁੰਦੀਆਂ। ਹਾਂਜੀ, ਮੋਟੀਵੇਟ ਹੁੰਦੇ ਹੋ ਇਹਨਾਂ ਨੂੰ ਦੇਖ ਕੇ ਵੀ ਵਾਕਿਆ ਪੜ੍ਹਨਾ ਚਾਹੀਦਾ, ਇਹ ਉਮਰ ਬੈਰੀਅਰ ਨਹੀਂ ਬਣਦੀ ਪੜ੍ਹਾਈ ਦੇ ਵਿੱਚ? ਹਾਂਜੀ, ਬਹੁਤ ਜਾਣੇ ਕਹਿੰਦੇ ਆ ਕਿ ਪੜ੍ਹਨੀ ਇਸ ਟਾਈਮ ਉਮਰ, ਇਹ ਕਿਹੜੀ ਉਮਰ ਆ ਪੜ੍ਹਨ ਦੀ, ਬਟ ਨਹੀਂ, ਇਹਨਾਂ ਤੋਂ ਪਤਾ ਲੱਗਦਾ ਕਿ ਅਗਰ ਇਹ ਪੜ੍ਹ ਰਹੇ ਤਾਂ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਕੁਛ ਨਾ ਕੁਛ ਬਣੀਏ, ਅਸੀਂ ਵੀ ਆਪਣਾ ਏਮ ਪੂਰਾ ਕਰਨਾ ਹੈ। ਘਰੇ ਜਾ ਕੇ ਦੱਸਦੇ ਹੋਣੇ ਵੀ ਸਾਡੇ ਨਾਲ ਸਟੂਡੈਂਟ, ਸਾਡੇ ਇੱਕ ਸਾਥੀ ਨੇ, ਹੈ ਨਾ, ਸਾਡੇ ਤੁਹਾਡੇ ਫਰੈਂਡ ਵੀ ਹੈ ਇੱਕ ਹਿਸਾਬ ਦੇ ਹੁਣ ਤਾਂ? ਹਾਂਜੀ, ਜਿਸ ਦਿਨ ਫਸਟ ਦਿਨ ਆਏ ਸੀਗੇ ਉਸ ਦਿਨ ਤਾਂ ਬਿਲਕੁਲ ਘਰ ਜਾ ਕੇ ਦੱਸਿਆ ਸੀ, ਸ਼ੌਕ ਹੋਏ ਸੀ, ਕਿਉਂਕਿ ਜਿਸ ਦਿਨ ਅਸੀਂ ਖੁਦ ਐਂਟਰ ਕੀਤੇ ਸੀ ਅਸੀਂ ਵੀ ਸ਼ੌਕ ਹੋਏ ਸੀ ਕਿ ਸਾਨੂੰ ਲੱਗਾ ਕਿ ਕੋਈ ਟੀਚਰ ਹੈ, ਬਟ ਨਹੀਂ, ਜਦੋਂ ਬਾਅਦ ਵਿੱਚ ਪਤਾ ਲੱਗਾ ਫਿਰ ਬੰਦਾ ਥੋੜ੍ਹਾ ਹੁੰਦਾ, ਸ਼ੌਕ ਹੁੰਦਾ ਕਿ ਹਾਂ ਵੀ ਇਹ ਸਾਡੇ ਨਾਲ ਕਲਾਸਮੇਟ ਹੈ। ਦੋਸਤੀ ਕਿਵੇਂ ਬਣੀ ਇਹਨਾਂ ਦੇ ਨਾਲ? ਕਿਵੇਂ ਇੱਕ ਬੌਂਡ ਕਿਵੇਂ ਬਣਿਆ ਆਪਸ ਦੇ ਵਿੱਚ? ਕੁਛ ਨਹੀਂ, ਬੌਂਡ ਆਪੇ ਹੀ ਜਾ ਕੇ ਬੁਲਾਇਆ ਫਿਰ, ਕਿਉਂਕਿ ਫਰੈਂਡ ਸਾਰੇ ਨਿਊ ਸੀ, ਕਿਸੇ ਨੂੰ ਜਾਣਦੇ ਨਹੀਂ ਸੀ, ਤਾਂ ਫਿਰ ਸਭ ਨੂੰ ਆ ਕੇ ਬੁਲਾਇਆ, ਤਾਂ ਫਿਰ ਇਹਨਾਂ ਨਾਲ ਵੀ ਗੱਲਬਾਤ ਕੀਤੀ, ਫਿਰ ਹੌਲੀ ਹੌਲੀ ਫਰੈਂਡਸ। ਹੁਣ ਠੀਕ ਹੋ ਸਾਰੇ ਜਾਣੇ? ਨਾਲ ਮਦਦ ਕਰਦੇ ਨੇ ਪੜ੍ਹਾਈ? ਹਾਂਜੀ ਹਾਂਜੀ, ਜੇ ਕੋਈ ਡਾਊਟ ਹੋਵੇ ਕਲੀਅਰ ਕਰ ਲਈਦਾ ਇੱਕ ਦੂਜੇ ਤੋਂ, ਹੋਰ ਆਉਂਦੇ ਜਾਂਦੇ ਸਵੇਰ ਨੂੰ ਬਿਲਕੁਲ ਫਰੈਂਡਸ। ਹੁਣ ਤਾਂ ਮੈਨੂੰ ਲੱਗਦਾ ਜਿਵੇਂ ਇੱਕ ਘਰੇ ਬੱਚੇ ਨੂੰ ਡਰ ਹੁੰਦਾ ਵੀ ਸਾਡੇ ਘਰ ਦੇ ਘਰੇ ਨੇ, ਹੁਣ ਤਾਂ ਤੁਹਾਨੂੰ ਕਲਾਸ 'ਚ ਵੀ ਡਰ ਹੁੰਦਾ ਹੋਊਗਾ ਵੀ ਘਰ ਦੇ ਘਰੇ ਹੀ ਨੇ ਨਾਲ? ਹਾਂਜੀ ਜ਼ਰੂਰ, ਕਿਉਂਕਿ ਵੱਡੇ ਆ, ਹੈ ਥੋੜ੍ਹਾ ਡਰ ਹੈ ਕਿ ਵੀ ਵੱਡੇ ਆ, ਕੋਈ ਗੱਲ ਨਾ ਹੋ ਜਾਵੇ ਇੱਦਾਂ ਦੀ। ਹਾਂਜੀ।
ਪਿਆਰ ਨਾਲ ਰਹਿੰਦੇ ਨੇ ਤੁਹਾਡੇ ਨਾਲ ਫਿਰ ਸਾਰਿਆਂ ਨਾਲ? ਹਾਂਜੀ ਬਿਲਕੁਲ। ਫਿਰ ਤਾਂ ਤੁਸੀਂ ਰੋਟੀ ਪਾਣੀ ਵੀ ਮੈਨੂੰ ਲੱਗਦਾ ਕਦੇ ਕਦੇ ਮੰਗਵਾ ਲੈਂਦੇ ਹੋਣੇ, ਕਹਿ ਕੇ ਵੀ ਅੱਜ ਆਂਟੀ ਜੀ ਸਾਡੇ ਲਈ ਇਹ ਬਣਾ ਕੇ ਲਿਆਇਓ। ਨਹੀਂ ਇਹ ਵੈਸੇ ਖਾਂਦੇ ਨਹੀਂ, ਲੰਚ ਕਰਦੇ ਨਹੀਂ ਸਾਡੇ ਨਾਲ, ਕਿਉਂਕਿ ਇਹ ਕਹਿੰਦੇ ਕਿ ਮੈਂ ਟਾਈਮ ਨਾਲ ਹੀ ਹੁੰਦੀ, ਮੇਰੀ ਟਾਈਮਿੰਗ ਹੀ ਆ ਖਾਣ ਦੀ, ਵੈਸੇ ਨਹੀਂ ਕੋਈ। ਹਾਂਜੀ ਹਾਂ, ਇਹ ਬੱਚੇ ਵੀ ਮੈਨੂੰ ਲੱਗਦਾ ਵੀ ਪ੍ਰਮਾਤਮਾ ਜੋ ਕਰਦਾ ਹੈ ਜਦੋਂ ਵੀ ਕਰਦਾ ਹੈ ਉਹ ਬਿਲਕੁਲ ਸਹੀ ਕਰਦਾ ਹੈ, ਕਿਉਂਕਿ ਇਹ ਸਮਾਂ ਇਹ ਬੱਚੀ ਦੀਆਂ ਇੰਨੀਆਂ ਸਿਆਣੀਆਂ ਗੱਲਾਂ ਕਿੰਨਾ ਹੀ ਮੋਟੀਵੇਸ਼ਨਲ ਖੁਦ ਹੋ ਰਹੀ ਆ ਔਰ ਲੋਕਾਂ ਨੂੰ ਵੀ ਕਰ ਰਹੀ ਆ। ਔਰ ਵੱਡੀ ਗੱਲ ਹੈ ਵੀ ਮਨਜੀਤ ਕੌਰ ਜੀ ਦੇ ਨਾਲ ਬਤੌਰ ਉਹਨਾਂ ਦੀ ਸਾਥੀ ਵਿਦਿਆਰਥਣ ਪੜ੍ਹ ਵੀ ਰਹੀ ਆ ਔਰ ਮਦਦ ਵੀ ਹਰ ਸਮੇਂ ਕਰਦੇ ਨੇ। ਮੈਮ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ, ਜਦੋਂ ਪਤਾ ਲੱਗਿਆ ਮਨਜੀਤ ਕੌਰ ਜੀ ਤੁਹਾਡੇ ਸਟੂਡੈਂਟ ਨੇ, ਦਿਮਾਗ 'ਚ ਕੀ ਆਇਆ ਸੀ? ਫਸਟ ਟਾਈਮ ਮੈਂ ਜਦੋਂ ਫਾਰਮ ਆਇਆ ਸੀ ਇੱਕ ਦਿਨ, ਮਤਲਬ ਜਦੋਂ ਪਤਾ ਕਿ ਲੋਕਡਾਊਨ ਲੱਗਾ ਹੋਇਆ ਸੀਗਾ ਕਿ ਆਨਲਾਈਨ ਕਲਾਸਿਸ ਲੱਗਦੀਆਂ ਸੀ ਅਤੇ ਫਾਰਮ ਸਾਨੂੰ ਗਰੁੱਪ ਦੇ ਵਿੱਚ ਆਉਂਦੇ ਕਾਲਜ ਦੇ, ਜਦੋਂ ਫਸਟ ਟਾਈਮ ਇਹਨਾਂ ਦਾ ਫਾਰਮ ਆਇਆ ਅਤੇ ਉਹਦੇ 'ਤੇ ਇਹਨਾਂ ਦੀ ਸਨੈਪ ਨਹੀਂ ਸੀ ਲੱਗੀ ਹੋਈ ਅਤੇ ਬਸ ਉਹਨਾਂ ਦੇ ਬਾਇਓਡਾਟਾ ਵਗੈਰਾ ਫਿਲ ਸੀਗਾ। ਜਦੋਂ ਮੈਂ ਡੇਟ ਆਫ ਬਰਥ ਦੇਖੀ ਮੈਂ ਕਿਹਾ ਸ਼ਾਇਦ ਬਾਏ ਮਿਸਟੇਕ ਹੋ ਗਿਆ ਹੋਊਗਾ, ਮੈਂ ਗਰੁੱਪ 'ਚ ਵੀ ਪਾਈ ਤੁਹਾਡੇ ਕੋਲ ਬਾਏ ਮਿਸਟੇਕ ਆਇਆ ਹੋਊਗਾ ਕੋਈ ਫਾਰਮ, ਤੁਸੀਂ ਚੈੱਕ ਕਰਕੇ ਦੇਖਿਆ ਕਰੋ ਕਿ 63 ਦਾ ਬਰਥ ਆ ਅਤੇ ਮੈਨੂੰ ਲੱਗਦਾ ਕੋਈ ਬੱਚਾ ਸਾਡੇ ਕੋਲ ਥੋੜ੍ਹਾ ਨਾ ਇਸ ਤਰ੍ਹਾਂ ਆ ਸਕਦਾ। ਅਤੇ ਫਿਰ ਮੈਨੂੰ ਜਦੋਂ ਪਤਾ ਲੱਗਾ ਕਾਲਜ ਤੋਂ ਵੀ ਨਹੀਂ ਕੋਈ ਹਾਂ ਲੇਡੀ ਆ ਉਹਨਾਂ ਨੇ ਐਡਮਿਸ਼ਨ ਲਈ ਆ, ਅਤੇ ਜਦੋਂ ਮੈਂ ਜ਼ੂਮ 'ਤੇ ਉਹਨਾਂ ਨੂੰ ਆਪਣੇ ਨਾਲ ਜੁਆਇਨ ਕੀਤਾ ਤਾਂ ਫਸਟ ਟਾਈਮ ਉਹਨਾਂ ਨੂੰ ਮੈਂ ਦੇਖਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ। ਅਤੇ ਮੈਂ ਉਸ ਟਾਈਮ ਤਾਂ ਇਹਨਾਂ ਨਾਲ ਕੋਈ ਮਤਲਬ ਗੱਲ ਨਹੀਂ ਕੀਤੀ ਐ ਚਲੋ, ਕਿਉਂਕਿ ਮੇਰਾ ਲੈਕਚਰ ਲੱਗਾ ਸੀ ਤਾਂ ਟਾਈਮ ਦੀ ਸ਼ਾਰਟ ਕਰਕੇ ਫਿਰ ਮੈਂ ਪੜ੍ਹਾਉਣਾ ਹੀ ਸ਼ੁਰੂ ਕੀਤਾ ਜਸਟ। ਅਤੇ ਉਸ ਤੋਂ ਬਾਅਦ ਜਦੋਂ ਫਿਰ ਮੈਂ ਇਹਨਾਂ ਨਾਲ ਪਰਸਨਲੀ ਜਦੋਂ ਇਹਨਾਂ ਨਾਲ ਡੀਲ ਕੀਤੀ, ਇਹਨਾਂ ਨਾਲ ਗੱਲਬਾਤ ਕੀਤੀ, ਅਤੇ ਫਿਰ ਮੈਨੂੰ ਇਹਨਾਂ ਨਾਲ ਗੱਲ ਕਰਕੇ ਇਹ ਲੱਗਾ ਕਿ ਹਾਂ ਕਿ ਇਹ ਕੋਈ ਇੱਕਦਮ ਸਟੱਡੀ 'ਚ ਨਹੀਂ ਆਏ ਹੈਗੇ, ਕਿ ਹਾਂ ਕੋਈ ਹਸਤੀ ਹੈ, ਮਤਲਬ ਕਿ ਕੋਈ ਰੀਜ਼ਨ ਹੋਣਾ ਜ਼ਰੂਰੀ ਵੀ ਜਿਹਦੇ ਕਰਕੇ ਇਹਨਾਂ ਨੇ ਆਪਣੀ ਜਿਹੜੀ ਸਟੱਡੀ ਦੁਬਾਰਾ ਚਾਲੂ ਕੀਤੀ ਹੈ, ਜਾਂ ਕੋਈ ਰੀਜ਼ਨ ਹੋਊਗਾ ਪਿੱਛੇ ਅਧੂਰੀ ਰਹਿ ਗਈ ਹੋਊਗੀ। ਅਤੇ ਫਿਰ ਜਦੋਂ ਇਹਨਾਂ ਨਾਲ ਮੈਂ ਪਰਸਨਲ ਇੰਟਰੈਕਸ਼ਨ ਕੀਤੀ ਆ ਅਤੇ ਫਿਰ ਬਸ ਤੋਂ ਮੈਨੂੰ ਬਾਅਦ ਪਤਾ ਲੱਗਾ ਕਿ ਇਹਨਾਂ ਦੇ ਪਿੱਛੇ ਰੀਜ਼ਨ ਕੀ ਸੀਗਾ, ਵੀ ਇਹਨਾਂ ਦਾ ਜਜ਼ਬਾ ਮੈਂ ਕਿਉਂ ਪੜ੍ਹਨਾ ਚਾਹੁੰਦੀ ਹਾਂ ਕਿਉਂ ਨਹੀਂ, ਫਿਰ ਮੈਨੂੰ ਸਾਰਾ ਕੁਝ ਪਤਾ ਲੱਗਾ ਇਹਨਾਂ ਬਾਰੇ। ਅਤੇ ਮੈਂ ਹੈਰਾਨ, ਫਿਰ ਮੇਰੇ ਮਨ 'ਚ ਇਹ ਵੀ ਇੱਕ ਗੱਲ ਆ ਰਹੀ ਕਿ ਇੱਕ ਇੰਨੇ ਏਜ ਜਾ ਮੈਂ ਇਹਨਾਂ ਨੂੰ ਕੀ ਪੜ੍ਹਾਉਂਗੀ, ਵੀ ਉਹਨਾਂ ਨੂੰ ਤਾਂ ਲਾਈਫ ਦਾ ਇੰਨਾ ਐਕਸਪੀਰੀਅੰਸ ਹੋਣਾ ਆ ਕਿ ਸ਼ਾਇਦ ਅਸੀਂ ਇਹਨਾਂ ਤੋਂ ਸਿੱਖੀਏ ਉਹ ਗੱਲਾਂ, ਕਿਉਂਕਿ ਅਸੀਂ ਉਹਨਾਂ ਦੇ ਮੁਕਾਬਲੇ ਹਜੇ ਬੱਚੇ ਆ ਨਾ। ਪਰ ਫਿਰ ਮੈਂ ਸੋਚਿਆ ਕਿ ਚਲੋ ਜੇ ਉਹ ਜਿਹੜਾ ਉਹਨਾਂ ਦਾ ਜਜ਼ਬਾ ਉਹਨਾਂ ਦੀ ਆਪਾਂ ਕਦਰ ਕਰਦੇ ਹਾਂ ਵੀ ਜਿਸ ਚੀਜ਼ ਨੂੰ ਲੈ ਕੇ ਆਏ ਆ, ਅਤੇ ਅਸੀਂ ਉਹਨਾਂ ਦੀ ਹੌਸਲਾ ਵਧਾਈ ਕਰਨੀ ਆ। ਹਾਂ ਜਸਟ ਮੈਂ ਕਲਾਸਿਸ ਲਗਾਉਂਦੀ, ਉਹਨਾਂ ਨਾਲ ਡੇਲੀ ਮਿਲਦੀ ਹਾਂ ਜਾਂ ਗੱਲਬਾਤ ਵੀ ਕਰਦੀ ਹਾਂ, ਅਤੇ ਮੈਨੂੰ ਅੱਛਾ ਲੱਗਦਾ ਉਹਦੇ ਨਾਲ ਜਦੋਂ ਵੀ ਆਪਣੀ ਲਾਈਫ ਦੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਦੇ, ਅਤੇ ਮੈਂ ਵੀ ਉਹਨਾਂ ਤੋਂ ਬਹੁਤ ਕੁਝ ਸਿੱਖਦੀ ਹਾਂ। ਪਰ ਇੱਥੇ ਤਾਂ ਮੈਨੂੰ ਲੱਗਦਾ ਮਾਵਾਂ ਧੀਆਂ ਵਾਲਾ ਵੀ ਇੱਕ ਤਸਵੀਰ ਬਣ ਜਾਂਦੀ ਹੋਣੀ ਹੈ ਨਾ, ਵੀ ਇੱਕ ਜਦੋਂ ਆਪਾਂ ਕੁਝ ਸਮਝਾਉਂਦੇ ਆ ਕਈ ਵਾਰ ਬੱਚੇ ਨੂੰ ਡਾਂਟਣਾ ਵੀ ਪੈ ਜਾਂਦਾ। ਫਿਰ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੈਗਾ ਕਿ ਇਹ ਵੀ ਇਸ ਤਰ੍ਹਾਂ ਸਾਡੇ ਨਾਲ ਡੀਲ ਨਹੀਂ ਕਰਦੇ ਕਿ ਹਾਂ ਉਹ ਸਾਡੇ ਤੋਂ ਛੋਟੇ ਆ, ਇਹ ਸਾਡੇ ਨਾਲ ਡੀਲ ਇਸ ਤਰ੍ਹਾਂ ਕਰਦੇ ਕਿ ਨਹੀਂ ਉਹ ਮੇਰੇ ਗੁਰੂ ਆ, ਮਤਲਬ ਬਹੁਤ ਹੀ ਨਿਮਾਣਤਾ ਉਹਨਾਂ ਦੇ ਵਿੱਚ, ਨਿਮਰਤਾ ਹੈਗੀ ਆ, ਅਤੇ ਸਾਨੂੰ ਮਤਲਬ ਝੁੱਕ ਕੇ ਮਿਲਦੇ ਆ, ਮਤਲਬ ਇਹਨਾਂ 'ਚ ਕੋਈ ਇੱਦਾਂ ਦਾ ਹੈ ਨਹੀਂ। ਉਹ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਹੋ? ਹਾਂਜੀ ਹਾਂਜੀ ਪੋਲੀਟੀਕਲ ਸਾਇੰਸ। ਫਿਰ ਉਹਨਾਂ ਨੂੰ ਵੱਖਰਾ ਲੈਕਚਰ ਦੇਣ ਦੀ ਲੋੜ ਤਾਂ ਨਹੀਂ ਪੈਂਦੀ ਜਾਂ ਵੱਧ ਮਿਹਨਤ ਤਾਂ ਨਹੀਂ ਕਰਨੀ ਪੈਂਦੀ, ਕਿਉਂਕਿ ਲੋਕਾਂ ਦੇ ਮਨਾਂ 'ਚ ਇਹ ਵਹਿਮ ਹੁੰਦਾ, ਕਹਿੰਦੇ ਵੀ ਪੜ੍ਹਾਈ ਜਿਹੜੀ ਹੈ ਜਾਂ ਕੋਈ ਵੀ ਕੰਮ ਹੈ ਏਜ ਦੇ ਹਿਸਾਬ ਨਾਲ ਬੰਦੇ ਨੂੰ ਆਉਂਦਾ, ਜਾਂ ਬੰਦਾ ਜਲਦੀ ਸਿੱਖਦਾ, ਜਾਂ ਉਹਦੀ ਕੈਪੈਸਿਟੀ ਘੱਟ ਜਾਂਦੀ ਹੈ, ਸਟੈਮੀਨਾ ਘੱਟ ਜਾਂਦਾ ਹੈ, ਤਾਂ ਕੁਝ ਵੱਖਰਾ ਤਾਂ ਨਹੀਂ ਕਰਨਾ ਪੈਂਦਾ? ਹਾਂਜੀ ਵੱਖਰਾ ਤਾਂ ਚਲੋ ਨਹੀਂ, ਮੈਂ ਫਿਲਹਾਲ ਜਿੰਨੀ ਦੇਰ ਤੱਕ ਵੀ ਪੜ੍ਹਾਇਆ ਇਹਨਾਂ ਨੂੰ ਕਲਾਸ ਦੇ ਵਿੱਚ ਹੀ ਪੜ੍ਹਾਇਆ। ਬਾਕੀ ਇਹ ਹੁੰਦਾ ਕਿ ਥੋੜ੍ਹਾ ਜਿੱਦਾਂ ਸਟੱਡੀ ਨਾਲ ਥੋੜ੍ਹਾ ਉਹਨਾਂ ਦਾ ਲਿੰਕ ਜਿੱਦਾਂ ਟੁੱਟ ਗਿਆ ਸੀਗਾ, ਤਾਂ ਉਹਦੇ ਨਾਲ ਥੋੜ੍ਹਾ ਜਿਹਾ ਇਹ ਹੁੰਦਾ ਕਿ ਮੈਂ ਉਹਨੂੰ ਇਹ ਕਹਿ ਦਿੰਦੀ ਐਫਰਟਸ ਜ਼ਰੂਰ ਕਰਦੀ ਉਹਨਾਂ ਲਈ ਵੀ ਹਾਂ ਕਿ ਇਹਨਾਂ ਨੂੰ ਜਿੰਨੀ ਜਲਦੀ ਆਸਾਨੀ ਨਾਲ ਮੇਰੀ ਗੱਲ ਸਮਝ ਆ ਸਕੇ, ਮੈਂ ਉਨੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹਾਂ। ਪਰ ਇਹ ਨਹੀਂ ਕਿ ਨਹੀਂ ਕਲਾਸ ਦੇ ਨਾਲ ਹੀ ਮੇਰੀ ਗੱਲ ਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਕਰਦੇ ਆ। ਬਾਕੀ ਚਲੋ ਜਿੱਦਾਂ ਨੋਰਮਲ ਬੱਚੇ ਦੀ ਕੋਈ ਪ੍ਰੋਬਲਮ ਜਾਂ ਕਿਊਰੀਜ਼ ਹੁੰਦੀਆਂ ਉਹ ਉਹਨਾਂ ਨੂੰ ਮੈਂ ਡਿਕਲੇਅਰ ਕਰ ਦਿੰਦੀ ਹਾਂ। ਕਹਿਣ ਲੱਗਿਆ ਫਿਰ ਮਨ ਦੇ ਵਿੱਚ ਐਂ ਤਾਂ ਨਹੀਂ ਹੁੰਦਾ ਵੀ ਵੱਡੇ ਨੇ ਆਪਦੇ ਤੋਂ ਕਿਵੇਂ ਸਮਝਾਉਣਾ ਜਾਂ ਕਿਵੇਂ ਕਹਿਣਾ ਜਾਂ ਕਿਵੇਂ ਉਸ ਚੀਜ਼ ਨੂੰ ਆਪਾਂ ਮੋਲਡ ਕਰਨਾ ਜਾਂ ਮੋੜਨਾ? ਨਹੀਂ, ਜਦੋਂ ਮੈਂ ਵੀ ਇਹਨਾਂ ਨੂੰ ਸਟੱਡੀ ਕਰਵਾਉਂਦੀ ਹਾਂ ਅਤੇ ਮੈਨੂੰ ਆਪਣੇ ਆਪ ਪਤਾ ਨਹੀਂ ਕਿਉਂ ਖੁਸ਼ੀ ਲੱਗਦੀ ਹੈ ਕਿ ਹਾਂ ਜੇ ਉਹ ਮੇਰੇ ਤੋਂ ਸਿੱਖਣਾ ਚਾਹੁੰਦੇ ਤਾਂ ਮੈਂ ਇਹਨਾਂ ਨੂੰ ਸਿਖਾਵਾਂ, ਮੈਨੂੰ ਆਪਣੇ ਆਪ 'ਚ ਇੱਕ ਖੁਸ਼ੀ ਫੀਲ ਹੁੰਦੀ ਆ। ਪਰ ਮੈਂ ਇੱਦਾਂ ਮਨ 'ਚ ਨਹੀਂ ਕਦੀ ਆਇਆ ਕਿ ਹਾਂ ਮੇਰੇ ਤੋਂ ਡਰ ਲੱਗਦਾ ਜਾਂ ਕਿੱਦਾਂ ਨਹੀਂ। ਜਦੋਂ ਮੈਨੂੰ ਕੁਛ ਪੁੱਛਦੇ ਆ ਮੇਰਾ ਆਪਣਾ ਦਿਲ ਕਰਦਾ ਉਹਨਾਂ ਨੂੰ ਮੈਂ ਜ਼ਿਆਦਾ ਤੋਂ ਜ਼ਿਆਦਾ ਦੱਸਾਂ ਵੀ ਮਤਲਬ ਤਾਂ ਕਿ ਮੇਰੀ ਗੱਲ ਨੂੰ ਸਮਝ ਸਕਣ। ਹਾਂ ਮੈਨੂੰ ਪ੍ਰਾਊਡ ਲੱਗਦਾ ਕਿ ਹਾਂ ਮੈਂ ਉਹਨਾਂ ਨੂੰ ਪੜ੍ਹਾ ਰਹੀ ਹਾਂ। ਇਹ ਵਾਕਈ ਪ੍ਰਾਊਡ ਮੂਵਮੈਂਟ ਹੈ ਵੀ ਆਪਾਂ ਇਸ ਏਜ ਦੇ ਵਿੱਚ ਜੇ ਕੋਈ ਅੱਜ ਇੰਨਾ ਸੋਚ ਰੱਖਦਾ ਤਾਂ ਉਹਦੇ ਲਈ ਅੱਜ ਟੀਚਰ ਵੀ ਕਹਿੰਦੇ ਵੱਖਰਾ ਚਾਅ ਹੁੰਦਾ ਹੋਊਗਾ ਇਸ ਕਲਾਸ 'ਚ ਆਉਣ। ਹਾਂਜੀ ਉਹ ਤਾਂ ਹੁੰਦਾ ਹੀ ਆ। ਮੈਂ ਸਪੈਸ਼ਲ ਆ ਕੇ ਪੁੱਛਦੀ ਹੁੰਦੀ ਕਿ ਉਹ ਆਏ ਅੱਜ ਕਿ ਨਹੀਂ ਆਏ, ਤਾਂ ਜਾਂ ਕੋਈ ਉਹਨਾਂ ਦੇ ਰੀਜ਼ਨ ਹੈਗਾ ਕਿਉਂ ਨਹੀਂ ਆਏ ਹੈਗੇ, ਜਾਂ ਮਤਲਬ ਜਾਣਨ ਦੀ ਕੋਸ਼ਿਸ਼ ਕਰਦੀ ਕੋਈ ਦਿੱਕਤ ਆ ਰਹੀ ਸ਼ਾਇਦ, ਜਾਂ ਕੋਈ ਹੋਰ ਪ੍ਰੋਬਲਮ ਹੋ ਗਈ ਜਾਂ ਇਹਦੇ ਕਰਕੇ ਨਹੀਂ ਆਈ। ਮਤਲਬ ਪਰਸਨਲੀ ਇੰਟਰੈਕਸ਼ਨ ਰੱਖਦੀ ਇਹਨਾਂ ਦੇ ਨਾਲ ਕਿ ਹਾਂ ਫਿਰ ਉਹ ਕਾਲਜ ਆਏ ਆ ਤਾਂ ਉਹਨਾਂ ਦਾ ਕੋਈ ਜਿਹੜਾ ਮੋਟਿਵ ਹੈਗਾ ਉਹ ਪੂਰਾ ਹੋਵੇ। ਅੱਛਾ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੂੰਗਾ, ਕਿਉਂਕਿ ਅੱਜ ਕੱਲ੍ਹ ਆਪਾਂ ਕੁੜੀਆਂ ਨੂੰ ਬੇਸ਼ੱਕ ਅੱਜ ਕੁੜੀਆਂ ਸਾਡੀਆਂ ਕਲਪਨਾ ਚਾਵਲਾ ਵੀ ਹੈ, ਆਰਮੀ ਦੇ ਵਿੱਚ ਵੀ ਹੈ, ਹਰ ਵੱਡੇ ਅਹੁਦੇ ਦੇ ਉੱਤੇ ਕੁੜੀਆਂ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਉਹਨਾਂ ਨੂੰ ਉਸ ਨਿਗਾਹ ਨਾਲ ਦੇਖਦੇ ਹਾਂ ਸ਼ਾਇਦ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਭੁਲੇਖੇ ਨੇ ਵੀ ਸ਼ਾਇਦ ਕੁੜੀਆਂ ਕਮਜ਼ੋਰ ਹੁੰਦੀਆਂ ਨੇ। ਮੈਨੂੰ ਲੱਗਦਾ ਇਹ ਤਾਂ ਤਸਵੀਰ ਉੱਦਾਂ ਦੀ ਹੈ ਵੀ ਉਹਨਾਂ ਲੋਕਾਂ ਨੂੰ ਇੱਕ ਬਹੁਤ ਵੱਡਾ ਜਵਾਬ ਹੈ ਵੀ ਏਜ ਜਾਂ ਕੁੜੀ ਮੈਟਰ ਨਹੀਂ ਕਰਦੀ, ਤੁਹਾਡੇ ਵਿੱਚ ਜੋਸ਼ ਤੇ ਜਜ਼ਬਾ ਹੋਣਾ। ਹਾਂਜੀ ਹਾਂਜੀ ਕਿਉਂਕਿ
ਜਿੱਦਾਂ ਜ਼ਰੂਰੀ ਨਹੀਂ ਕਿ ਐਜ਼ ਸਟੂਡੈਂਟ ਉਹ ਮੇਰੇ ਨਾਲ ਡੀਲ ਕਰਦੇ ਆ, ਮੈਂ ਉਹਨਾਂ ਦੀ ਲਾਈਫ ਦੇ ਪਰਸਨਲ ਜਿਹੜੇ ਐਕਸਪੀਰੀਅੰਸ ਵੀ ਸੁਣੇ ਨਾ, ਉਹਨਾਂ ਤੋਂ ਤਾਂ ਮੈਨੂੰ ਦੇਖ ਕੇ ਇਹੀ ਲੱਗਦਾ ਵੀ ਜਿਹੜਾ ਤੁਹਾਡਾ ਜਜ਼ਬਾ ਨਾ ਉਹ ਕਦੀ ਜਿਹੜਾ ਹਮੇਸ਼ਾ ਜਿੰਦਾ ਰਹਿੰਦਾ, ਚਾਹੇ ਉਹ ਏਜ ਫੈਕਟ ਨਹੀਂ, ਮਤਲਬ ਉਹ ਮੈਟਰ ਨਹੀਂ ਕਰਦਾ ਹੈਗਾ ਵੀ ਤੁਹਾਡੀ ਏਜ ਕਿੰਨੀ ਹੈਗੀ ਕਿੰਨੀ ਨਹੀਂ, ਚਾਹੇ ਤੁਸੀਂ ਪੜ੍ਹਨਾ ਹੈ, ਚਾਹੇ ਤੁਸੀਂ ਕੋਈ ਵੀ ਆਪਣੀ ਲਾਈਫ ਦਾ ਜਿਹੜਾ ਕੰਮ ਕਰਨਾ ਹੈ, ਉਹਦੇ ਲਈ ਜਿਹੜੀ ਤੁਹਾਡੀ ਏਜ ਉਹ ਮੈਟਰ ਨਹੀਂ ਕਰਦੀ ਹੈਗੀ। ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣਦੀ ਹਾਂ, ਆਪਣੀ ਉਹਨਾਂ ਦੀ ਲਾਈਫ ਦੇ ਬਾਰੇ ਸੁਣਦੀ ਹਾਂ, ਫਿਰ ਮੈਨੂੰ ਉੱਥੋਂ ਲੱਗਦਾ ਕਿ ਹਾਂ ਨਹੀਂ ਵੀ ਇਹ ਵੀ ਇੱਕ ਮਿਸਾਲ ਕਾਇਮ ਹੋ ਸਕਦੇ ਸਾਡੀਆਂ ਆਉਣ ਵਾਲੀ ਪੀੜ੍ਹੀ ਦੇ ਲਈ, ਵੀ ਜੇ ਇਹ ਕਾਇਮ ਕਰ ਸਕਦੇ ਕਿ ਜਿਹੜਾ ਤੁਹਾਡਾ ਕੰਮ ਹੈ ਜਾਂ ਤੁਹਾਡਾ ਕੋਈ ਵੀ ਮੋਟਿਵ ਹੈਗਾ ਨਾ, ਉਹਦੇ ਲਈ ਤੁਹਾਡੀ ਏਜ ਜਾਂ ਤੁਹਾਡੇ ਜਿਹੜੇ ਸਰਕਮਸਟੈਂਸਿਸ ਉਹ ਮੈਟਰ ਨਹੀਂ ਕਰਦੇ, ਤੁਸੀਂ ਜਦੋਂ ਚਾਹੇ ਆਪਣੀ ਲਾਈਫ ਨੂੰ ਜਿੱਥੋਂ ਮਰਜ਼ੀ ਸ਼ੁਰੂ ਕਰ ਸਕਦੇ ਹੋ। ਬਿਲਕੁਲ, ਗੱਲਬਾਤ ਕਰਨ ਲਈ ਧੰਨਵਾਦ। ਤਾਂ ਇਹ ਉਹਨਾਂ ਦੇ ਟੀਚਰ ਨੇ, ਪੋਲੀਟੀਕਲ ਸਾਇੰਸ ਦਾ ਲੈਕਚਰ ਲੱਗਾ ਹੋਇਆ। ਮਾਫੀ ਇੱਕ ਵਾਰ ਫਿਰ ਚਾਹੁੰਦੇ ਆ ਵੀ ਆਪਾਂ ਡਿਸਟਰਬ ਕੀਤਾ। ਹੁਣ ਕੋਸ਼ਿਸ਼ ਕਰਾਂਗੇ ਇਸ ਅਦਾਰੇ ਦੇ ਸ਼੍ਰੀ ਗੁਰੂ ਹਰਰਾਏ ਸਾਹਿਬ ਕਾਲਜ ਫਾਰ ਵਿਮਨ ਦੇ ਉਹਨਾਂ ਦੇ ਪ੍ਰਿੰਸੀਪਲ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਦਾ ਪੱਖ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਵੱਡਾ ਸਟੈਪ ਉਹਨਾਂ ਦੇ ਵੱਲੋਂ ਵੀ ਲਿਆ ਗਿਆ ਵੀ ਐਡਮਿਸ਼ਨ ਦਿੱਤਾ ਗਿਆ। ਕਿਉਂਕਿ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਇਹ ਸਵਾਲ ਆ ਜਾਂਦੇ ਨੇ ਵੀ ਸ਼ਾਇਦ ਜਦੋਂ ਵੱਡੀ ਏਜ ਦਾ ਇੱਕ ਸਟੂਡੈਂਟ ਛੋਟੇ ਬੱਚਿਆਂ ਦੇ ਨਾਲ ਆ ਕੇ ਪੜ੍ਹੇਗਾ ਤਾਂ ਸ਼ਾਇਦ ਕਲਾਸ ਦਾ ਕੋਈ ਮਾਹੌਲ ਖ਼ਰਾਬ ਨਾ ਹੋ ਜਾਏ, ਸ਼ਾਇਦ ਕੋਈ ਇੱਦਾਂ ਦੇ ਸਰਕਮਸਟੈਂਸਿਸ ਨਾ ਬਣ ਜਾਣ, ਇੱਦਾਂ ਦੀਆਂ ਤਸਵੀਰਾਂ ਨਾ ਕੋਈ ਬਣ ਜਾਣ ਵੀ ਸ਼ਾਇਦ ਕਿਸੇ ਦੇ ਨਾਲ ਕੋਈ ਦਿੱਕਤ ਨਾ ਹੋ ਜਾਵੇ, ਤਾਂ ਬੱਚੇ ਡਿਸਟਰਬ ਨਾ ਹੋਣ। ਤਾਂ ਕਾਲਜ ਦੇ ਵੱਲੋਂ, ਇਸ ਸੰਸਥਾ ਦੇ ਵੱਲੋਂ ਵੀ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਗਿਆ ਹੈ ਮਨਜੀਤ ਕੌਰ ਜੀ ਨੂੰ ਇਸ ਉਮਰ ਦੇ ਵਿੱਚ ਐਡਮਿਸ਼ਨ ਦੇ ਕੇ। ਹਾਲਾਂਕਿ ਪੜ੍ਹਨਾ ਹਰ ਬੰਦੇ ਦਾ ਹੱਕ ਹੈ, ਉਮਰ ਦੀਆਂ ਜੰਜੀਰਾਂ ਕਦੀ ਵੀ ਇਨਸਾਨ ਨੂੰ ਜਕੜ ਨਹੀਂ ਸਕਦੀਆਂ ਜੇਕਰ ਉਹ ਪੜ੍ਹਨਾ ਚਾਹੁੰਦਾ ਹੋਵੇ ਜਾਂ ਅੱਗੇ ਵਧਣਾ ਚਾਹੁੰਦਾ ਹੋਵੇ। ਤਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਇਸ ਕਾਲਜ ਦੇ ਸੰਸਥਾ ਦੇ ਪ੍ਰਿੰਸੀਪਲ ਮੈਡਮ ਦੇ ਨਾਲ। ਤਾਂ ਜਿਸ ਕਾਲਜ ਦੇ ਵਿੱਚ ਮਨਜੀਤ ਕੌਰ ਜੀ ਪੜ੍ਹਾਈ ਕਰ ਰਹੇ ਨੇ, ਅਸੀਂ ਉਸ ਕਾਲਜ ਦੇ ਪ੍ਰਿੰਸੀਪਲ ਮੈਮ ਦੇ ਕੋਲ ਪਹੁੰਚੇ ਹਾਂ। ਇਹਨਾਂ ਤੋਂ ਜਾਣਦੇ ਹਾਂ ਮਨਜੀਤ ਕੌਰ ਜੀ ਨੂੰ ਕਿਵੇਂ ਐਡਮਿਸ਼ਨ ਦਿੱਤਾ ਸੀਗਾ ਔਰ ਇਹ ਸੰਸਥਾ ਕਿਸ ਦੇ ਵੱਲੋਂ ਚਲਾਈ ਜਾ ਰਹੀ ਹੈ, ਕੀ ਇਸ ਸੰਸਥਾ ਦਾ ਨਾਮ ਹੈ, ਸਾਰੀ ਜਾਣਕਾਰੀ ਲਵਾਂਗੇ। ਸਾਡੇ ਨਾਲ ਪ੍ਰਿੰਸੀਪਲ ਮੈਮ ਮੌਜੂਦ ਨੇ। ਮੈਮ ਸਵਾਗਤ ਹੈ ਤੁਹਾਡਾ ਹਮਦਰਦ। ਧੰਨਵਾਦ ਜੀ। ਮੈਂ ਡਾਕਟਰ ਅਨੀਤਾ ਕੁਮਾਰੀ, ਪ੍ਰਿੰਸੀਪਲ ਸ਼੍ਰੀ ਗੁਰੂ ਹਰਰਾਏ ਸਾਹਿਬ ਸਕੂਲ ਔਰ ਸ਼੍ਰੀ ਗੁਰੂ ਹਰਰਾਏ ਸਾਹਿਬ ਕਾਲਜ ਫॉर ਵੂਮਨ ਚੱਬੇਵਾਲ ਦੇ ਵਿੱਚ ਹਾਂ। ਇਹ ਕਾਲਜ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਸਰਪ੍ਰਸਤੀ ਅਤੇ ਪ੍ਰਧਾਨ ਉਹਨਾਂ ਦੇ ਰਹਿਨੁਮਾਈ 'ਤੇ ਚੱਲ ਰਿਹਾ ਹੈ। ਇਹ ਕਾਲਜ 2001 ਦੇ ਵਿੱਚ ਸ਼ੁਰੂ ਹੋਇਆ ਸੀ ਔਰ ਇਹ ਨਿਰੋਲ ਜਿਹੜਾ ਬੱਚਿਆਂ ਨੂੰ ਸਿੱਖਿਆ ਦੇਣ ਲਈ ਉਹਨਾਂ ਦੀ ਆਲ ਰਾਊਂਡ ਡਿਵੈਲਪਮੈਂਟ ਦੇ ਮੰਤਵ ਨੂੰ ਲੈ ਕੇ ਚਲਾਇਆ ਗਿਆ ਹੈ। ਬਹੁਤ ਸਾਰੇ ਕੰਸੈਸ਼ਨਸ ਇਸ ਕਾਲਜ ਦੇ ਵਿੱਚ ਦਿੱਤੇ ਜਾਂਦੇ ਨੇ, ਕਿਉਂਕਿ ਸੰਤ ਬਾਬਾ ਨਿਹਾਲ ਸਿੰਘ ਜੀ ਦਾ ਇੱਕੋ ਹੀ ਪਰਪਸ ਸੀ ਕਿ ਪਿੰਡ ਦੀ ਗਰੀਬ ਤੋਂ ਗਰੀਬ ਜਿਹੜੀ ਬੱਚੀ ਹੈ ਉਹ ਵੀ ਪੜ੍ਹ ਸਕੇ। ਔਰ ਮੈਂ ਜਿਵੇਂ ਮਨਜੀਤ ਕੌਰ ਜੀ ਬਾਰੇ, ਕਿਉਂਕਿ ਤੁਸੀਂ ਕੀਤੀ ਹੈ ਵੀ ਬਾਬਾ ਜੀ ਕਹਿੰਦੇ ਹਰ ਬੱਚੀ ਪੜ੍ਹੇ, ਮਨਜੀਤ ਕੌਰ ਜੀ 57 ਸਾਲ ਦੀ ਉਮਰ ਹੈ। ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਐਡਮਿਸ਼ਨ ਕਿਵੇਂ ਦਿੱਤਾ ਸੀਗਾ, ਕੀ ਸੋਚਿਆ ਉਦੋਂ, ਬਾਬਾ ਜੀ ਨਾਲ ਗੱਲ ਹੋਈ ਸੀ? ਜਦੋਂ ਮੈਡਮ ਮਨਜੀਤ ਕੌਰ ਸਾਡੇ ਕੋਲ ਐਡਮਿਸ਼ਨ ਦੀ ਜਾਣਕਾਰੀ ਲੈਣ ਵਾਸਤੇ ਆਏ ਤਾਂ ਸਾਨੂੰ ਬੜਾ ਅੱਛਾ ਲੱਗਾ ਕਿ ਇੱਕ ਇੰਨੀ ਉਮਰ ਦੀ ਔਰਤ ਜਿਹੜੀ ਹੈ ਉਹ ਜ਼ਿੰਦਗੀ ਦੇ ਵਿੱਚ ਕਿਸੇ ਉੱਚੇ ਮੁਕਾਮ ਤੇ ਪਹੁੰਚਣਾ ਚਾਹੁੰਦੀ ਹੈ ਔਰ ਉਹਦੇ ਲਈ BA ਫਸਟ ਈਅਰ ਦੇ ਵਿੱਚ ਉਹ ਸਾਡੇ ਕੋਲ ਐਡਮਿਸ਼ਨ ਲੈਣਾ ਚਾਹੁੰਦੀ ਸੀ। ਸਾਨੂੰ ਇਹ ਗੱਲ ਦੀ ਬੜੀ ਖੁਸ਼ੀ ਹੋਈ। ਬਾਬਾ ਜੀ ਨਾਲ ਵੀ ਜਦੋਂ ਇਸ ਗੱਲ ਬਾਰੇ ਦੱਸਿਆ ਗਿਆ ਤੇ ਉਹਨਾਂ ਨੇ ਵੀ ਬਹੁਤ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਬੱਚੀ ਸਾਡੇ ਇੱਥੇ ਪੜ੍ਹ ਕੇ ਸਾਡੇ ਕਾਲਜ ਦਾ ਨਾਮ ਰੋਸ਼ਨ ਕਰੇਗੀ, ਕਿਉਂਕਿ ਇਹਨਾਂ ਦੀ ਜ਼ਿੰਦਗੀ ਦਾ ਮੰਤਵ ਇਹਨਾਂ ਨੇ ਦੱਸਿਆ ਕਿ ਲਾ ਮੈਂ ਕਰਨਾ ਹੈ ਤੇ ਅਸੀਂ ਇਹਨਾਂ ਨੂੰ ਐਡਮਿਸ਼ਨ ਜਿਹੜੀ ਹੈ ਉਹ ਦਿੱਤੀ। ਤਾਂ ਲੱਗਾ ਨਹੀਂ ਮੈਮ ਉਦੋਂ ਵੀ ਸ਼ਾਇਦ ਮਨਜੀਤ ਕੌਰ ਦੀ ਉਮਰ ਵੱਡੀ ਹੈ ਤਾਂ ਬੱਚੀਆਂ ਨੇ ਨਾਲ ਪੜ੍ਹਨ ਦੀ ਵੀ ਕਲਾਸ ਦੇ ਵਿੱਚ ਕਿਵੇਂ ਮੈਨੇਜ ਕਰਨਗੇ, ਟੀਚਰ ਕਿਵੇਂ ਮੈਨੇਜ ਕਰਨਗੇ, ਕਿਉਂਕਿ ਉਹਨਾਂ ਦੀ ਆਪਣੀ ਉਮਰ ਤੋਂ ਅੱਧੀ ਉਮਰ ਦੇ ਤਾਂ ਟੀਚਰ ਉਹਨਾਂ ਨੂੰ ਪੜ੍ਹਾ ਰਹੇ ਸੀਗੇ, ਮੈਂ ਕਲਾਸ ਦੇ ਵਿੱਚ ਵੀ ਦੇਖਿਆ। ਹਾਲਾਂਕਿ ਗੁਰੂ ਤਾਂ ਕਿਸੇ ਉਮਰ ਦੇ ਵਿੱਚ ਵੀ ਬੰਦੇ ਕੋਲ ਜੇ ਕਲਾ ਹੈ ਜਾਂ ਉਹਦੇ ਕੋਲ ਸਿੱਖਿਆ ਤਾਂ ਉਹ ਅੱਗੇ ਸਿੱਖਿਆ ਵੰਡ ਵੀ ਸਕਦਾ ਹੈ। ਤਾਂ ਸਵਾਲ ਮੇਰਾ ਉਹੀ ਹੈ ਵੀ ਮਨ ਦੇ ਵਿੱਚ ਉਦੋਂ ਐਂ ਤਾਂ ਨਹੀਂ ਆਇਆ ਸੀਗਾ ਵੀ ਉਮਰ ਵੱਡੀ ਹੈ, ਬੱਚਿਆਂ ਨਾਲ ਐਡਜਸਟ ਕਿਵੇਂ ਕਰਨਗੇ? ਇਹ ਸਵਾਲ ਆਇਆ ਜ਼ਰੂਰ, ਬਟ ਇਹ ਸਾਡੇ ਲਈ ਇੱਕ ਪ੍ਰਾਊਡ ਵਾਲੀ ਗੱਲ ਬਣੀ ਕਿ ਅਗਰ ਇੰਨੀ ਵੱਡੀ ਉਮਰ ਦੀ ਲੇਡੀ ਜਿਹੜੀ ਹੈ ਆਪਣੇ ਪੜ੍ਹਾਈ ਦੇ ਮੰਤਵ ਨੂੰ ਲੈ ਕੇ ਸਾਡੇ ਕੋਲ ਐਡਮਿਸ਼ਨ ਲੈਣਾ ਚਾਹੁੰਦੀ ਹੈ ਤੇ ਸਾਡੇ ਦੂਜਿਆਂ ਬੱਚਿਆਂ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਬਣਿਆ। ਬਲਕਿ ਸਾਨੂੰ ਇਹ ਅੱਛਾ ਵੀ ਲੱਗਾ ਕਿ ਵੱਧ ਤੋਂ ਵੱਧ ਉਮਰ ਵਾਲੇ ਵੀ ਬੱਚੇ ਅਗਰ ਉਹਨਾਂ ਦੇ ਵਿੱਚ ਲਾਲਸਾ ਹੈਗੀ ਹੈ ਪੜ੍ਹਨ ਦੀ, ਤਾਂ ਕਿਉਂ ਨਾ ਉਹਨਾਂ ਨੂੰ ਮੌਕਾ ਦਿੱਤਾ ਜਾਏ। ਅਸੀਂ ਇਹ ਮੌਕਾ ਇਹਨਾਂ ਨੂੰ ਦਿੱਤਾ। ਬਾਬਾ ਜੀ ਨਾਲ ਜ਼ਿਕਰ ਹੁੰਦਾ ਇਹਨਾਂ ਦੇ ਬਾਰੇ, ਮਨਜੀਤ ਕੌਰ ਜੀ ਦੇ ਬਾਰੇ ਜਦੋਂ ਐਡਮਿਸ਼ਨ ਹੋਇਆ? ਬਿਲਕੁਲ, ਅਸੀਂ ਬਾਬਾ ਜੀ ਨੂੰ ਵੀ ਦੱਸਿਆ ਕਿਉਂਕਿ ਇੱਕ ਪਿੰਡ ਜਿਹੜਾ ਬਿਲਕੁਲ ਸਾਡੇ ਕਾਲਜ ਦੇ ਨੇੜੇ ਪਿੰਡ ਹੈ ਔਰ ਇਸ ਪਿੰਡ ਦੇ ਤਕਰੀਬਨ ਲੋਕਾਂ ਨੂੰ ਬਾਬਾ ਜੀ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਚੰਗੀ ਲੱਗੀ ਕਿ ਇੱਕ ਵੱਧ ਉਮਰ ਦੀ ਔਰਤ ਜਿਹੜੀ ਹੈ ਇੱਕ ਜ਼ਿੰਦਗੀ ਦੇ ਉੱਚੇ ਮੁਕਾਮ ਤੇ ਪਹੁੰਚਣਾ ਚਾਹੁੰਦੀ ਹੈ। ਇੱਕ ਬੜੀ ਖੂਬਸੂਰਤ ਤਸਵੀਰਾਂ ਇਸ ਕਾਲਜ ਦੇ ਵਿੱਚੋਂ ਦੇਖਣ ਨੂੰ ਮਿਲ ਰਹੀਆਂ ਨੇ। ਜਿੱਥੇ ਅੱਜ ਆਪਾਂ ਧੀਆਂ ਨੂੰ ਕਮਜ਼ੋਰ ਸਮਝਦੇ ਹਾਂ ਤਾਂ ਉੱਥੇ ਮੈਮ ਪ੍ਰਿੰਸੀਪਲ ਨੇ, ਸੰਸਥਾ ਚਲਾ ਰਹੇ ਨੇ, ਤਾਂ ਖੁਦ ਇੱਕ ਔਰਤ ਹੈ, ਖੁਦ ਪਰਿਵਾਰ ਵੀ ਚਲਾਉਂਦੇ ਨੇ ਔਰ ਖੁਦ ਇਸ ਸੰਸਥਾ ਨੂੰ ਮੈਨੇਜ ਵੀ ਕਰ ਰਹੇ ਨੇ। ਵੱਡੀ ਗੱਲ ਹੈ। ਔਰ ਇਹਨਾਂ ਦੇ ਅੱਗੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਵੀ ਇੱਕ ਬੜੀ ਖੂਬਸੂਰਤੀ ਹੈ ਕਿ
ਉਮਰ ਦਾ ਜਿਹੜਾ ਹੱਦਾਂ ਨਹੀਂ ਹੈ, ਉਮਰ ਦੇ ਬੈਰੀਅਰਸ ਨਹੀਂ ਨੇ, ਤਾਂ ਮੈਮ ਲੱਗਦਾ ਹੈ ਵੀ ਅੱਜ ਵੀ ਧੀਆਂ ਨੂੰ ਜਿਹੜੇ ਲੋਕ ਕਮਜ਼ੋਰ ਸਮਝਦੇ ਨੇ ਉਹਨਾਂ ਨੂੰ ਵੀ ਇਹ ਇੱਕ ਤਰ੍ਹਾਂ ਦਾ ਜਵਾਬ ਹੈ ਵੀ ਕਮਜ਼ੋਰੀ ਜਾਂ ਉਮਰ ਦੀਆਂ ਹੱਦਾਂ ਕਦੇ ਵੀ ਕਿਸੇ ਚੀਜ਼ ਨੂੰ ਰੋਕ ਨਹੀਂ ਸਕਦੀ। ਗਿਆਨ ਨੂੰ ਹਾਸਲ ਕਰਨ ਦੇ ਲਈ ਕੋਈ ਵੀ ਉਮਰ ਦੀ ਜਿਹੜੀ ਹੈ ਉਹ ਲਿਮਟ ਨਹੀਂ ਹੁੰਦੀ, ਔਰ ਇਹ ਮਨਜੀਤ ਕੌਰ ਨੇ ਸਾਬਿਤ ਕਰ ਦਿੱਤਾ ਇਸ ਉਮਰ ਦੇ ਵਿੱਚ ਐਡਮਿਸ਼ਨ ਲੈ ਕੇ। ਔਰ ਲੜਕੀ ਜਿਹੜੀ ਹੈ, ਮੈਨੂੰ ਲੱਗਦਾ ਇਹਨੂੰ ਕਮਜ਼ੋਰ ਸਮਝਣਾ ਜਿਹੜਾ ਇੱਕ ਬਹੁਤ ਵੱਡੀ ਗਲਤੀ ਹੈ। ਦੁਨੀਆ ਦੇ ਅੱਜ ਕਿਸੇ ਵੀ ਖੇਤਰ ਦੇ ਵਿੱਚ ਕੋਈ ਇਹੋ ਜਿਹਾ ਖੇਤਰ ਨਹੀਂ ਹੈ ਕਿ ਜਿੱਥੇ ਔਰਤ ਨੇ ਆਪਣਾ ਕਬਜ਼ਾ ਨਾ ਕੀਤਾ ਹੋਵੇ। ਗੱਲਬਾਤ ਕਰਨ ਲਈ ਮੈਮ ਬਹੁਤ ਬਹੁਤ ਧੰਨਵਾਦ, ਔਰ ਤੁਸੀਂ ਵੀ ਵਧਾਈ ਦੇ ਪਾਤਰ ਹੋ ਵੀ ਤੁਸੀਂ ਇੰਨਾ ਵੱਡਾ ਡਿਸੀਜਨ ਲਿਆ। ਬਾਬਾ ਜੀ ਦੇ ਵੀ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਵੱਡਾ ਡਿਸੀਜਨ ਲਿਆ, ਮਨਜੀਤ ਕੌਰ ਜੀ ਨੂੰ ਇੱਕ ਮੌਕਾ ਦਿੱਤਾ ਹੈ ਆਪਣੀ ਇੱਕ ਇੱਛਾ ਨੂੰ ਪੂਰੀ ਕਰਨ ਦਾ, ਆਪਣੇ ਜਜ਼ਬੇ ਨੂੰ ਦਿਖਾਉਣ ਦਾ, ਆਪਣੇ ਜੋਸ਼ ਨੂੰ ਦਿਖਾਉਣ ਦਾ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਮਨਜੀਤ ਕੌਰ ਬਾਰੇ ਗੱਲਬਾਤ ਕਰਨ ਲਈ। ਤਾਂ ਇਹ ਸਨ ਡਾਕਟਰ ਪ੍ਰਿੰਸੀਪਲ ਮੈਮ ਅਨੀਤਾ ਕੁਮਾਰੀ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਵੀ ਇੱਥੇ ਕਿਵੇਂ ਮਨਜੀਤ ਕੌਰ ਜੀ ਨੂੰ ਐਡਮਿਸ਼ਨ ਦਿੱਤਾ, ਕੀ ਇਹਨਾਂ ਦੀ ਸੋਚ ਸੀਗੀ ਉਹਨਾਂ ਦੇ ਪ੍ਰਤੀ, ਔਰ ਕਿਵੇਂ ਇਸ ਮਾਹੌਲ ਦੇ ਵਿੱਚ ਢਾਲਿਆ। ਔਰ ਅੱਜ ਮਨਜੀਤ ਕੌਰ ਜੀ ਆਪਣੀ BA ਦੀ ਡਿਗਰੀ ਇਸ ਕਾਲਜ ਤੋਂ ਆਪਣੇ ਸਾਥੀ ਵਿਦਿਆਰਥਣਾਂ ਦੇ ਨਾਲ ਕਰ ਰਹੇ ਨੇ। ਸੰਸਥਾ ਦੇ ਬਾਰੇ ਦੱਸਵਾਂ ਤਾਂ ਸੰਸਥਾ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਹੈ। ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਕਾਲਜ ਫॉर ਵੂਮਨ ਚੱਬੇਵਾਲ ਦੇ ਵਿੱਚ ਸਥਾਪਿਤ ਹੈ, ਜਿੱਥੇ ਨੇੜੇ ਤੇੜੇ ਦੀਆਂ ਬਹੁਤ ਸਾਰੀਆਂ ਪਿੰਡਾਂ ਦੀਆਂ ਧੀਆਂ ਭੈਣਾਂ ਇਸ ਕਾਲਜ ਦੇ ਵਿੱਚ ਆ ਕੇ ਸਿੱਖਿਆ ਹਾਸਲ ਕਰ ਰਹੀਆਂ। ਤਾਂ ਇਹ ਵੱਡੀ ਗੱਲ ਹੈ ਵੀ ਅੱਜ ਮਨਜੀਤ ਕੌਰ ਵੀ ਉਹਨਾਂ ਦੇ ਨਾਲ ਆਪਣੀ ਪੜ੍ਹਾਈ ਪੂਰੀ ਕਰ ਰਹੇ ਨੇ, ਆਪਣੇ ਉਸ ਸੁਪਨੇ ਨੂੰ ਪੂਰਾ ਕਰ ਰਹੇ ਨੇ ਜਿਹੜਾ ਸੁਪਨਾ ਉਹਨਾਂ ਨੇ ਕਦੇ ਦੇਖਿਆ ਹੋਵੇਗਾ ਸਿੱਖਿਆ ਹਾਸਲ ਕਰਨ ਦਾ। ਫਿਲਹਾਲ ਤੁਹਾਨੂੰ ਇਹ ਰਿਪੋਰਟ ਕਿੱਦਾਂ ਦੀ ਲੱਗੀ ਤੁਸੀਂ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਜਾਂ ਆਪਣੇ ਰਾਏ ਦੇ ਕੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV ਚੱਬੇਵਾਲ।